ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹ। ਜਿਸ ਪਾਸ ਬੈਠਿਆ ਸੋਈ ਹੈ ਸਭਨਾਂ ਦਾ ਵੇਸਾ। ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਰਾਗ ਆਸਾ ਘਰ ਸਤਵਾਂ ਮਹੱਲਾ ਪੰਜਵਾ। ਲਾਲ ਚੋਲਨਾ ਤੈਂ ਤਨ ਸੋਹਿਆ ਸੁਰ ਜਨ ਭਾਨੀ ਤਾਂ ਮਨ ਮੋਹਿਆ। ਕਵਨ ਬਨੀਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ। ਰਹਾਉ ਲਾਲ ਚੋਲਨਾ ਤੈਂ ਤਨ ਸੋਹਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਕਥਾ ਦੇ ਵਿੱਚ 384 ਅੰਗ ਤੇ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ 52ਵਾਂ ਸ਼ਬਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਕੇਵਲ ਇੱਕੋ ਇੱਕ ਹੈ। ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਹੁੰਦੀ ਹੈ ਉਹਨਾਂ ਨੂੰ ਓੰਕਾਰ ਵਾਹਿਗੁਰੂ ਦੇ ਦਰਸ਼ਨ ਹੁੰਦੇ ਹਨ। ਉਹ ਗੁਰੂ ਵਾਲੇ ਬਣ ਜਾਂਦੇ ਹਨ ਔਰ ਗੁਰੂ ਦੀ ਪ੍ਰਾਪਤੀ ਨਾਲ ਓੰਕਾਰ ਦੇ ਵਿੱਚ ਅਭੇਦ ਹੁੰਦੇ ਹਨ। ਰਾਗ ਆਸਾ ਘਰ ਸਤਵਾਂ ਮਹੱਲਾ ਪੰਜਵਾ। ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਇਹ ਪਾਵਨ ਸ਼ਬਦ ਜੋ ਉਚਾਰਨ ਕੀਤਾ ਹੈ, ਘਰ ਸਤਵਾਂ ਵਿੱਚ ਗਾਉਣ ਦਾ ਹੁਕਮ ਰਾਗੀ ਸਿੰਘਾਂ ਵਾਸਤੇ। ਜਗਿਆਸੂ ਰੂਪ ਸਖੀ ਮਹਾਤਮਾ ਕੋਲ ਆ ਕੇ ਪੁੱਛਦੀ ਹੈ। ਰਹਾਉ ਦੀਆਂ ਤੁਕਾਂ ਵਿੱਚ ਇਹ ਸ਼ਬਦ ਦੀ ਮਹਾਰਾਜ ਸੱਚੇ ਪਾਤਸ਼ਾਹ ਜੋ ਬਖਸ਼ਿਸ਼ ਕਰਦੇ ਨੇ ਜਗਿਆਸੂ ਦੀ ਅਵਸਥਾ। ਕਵਨ ਬਨੀ ਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ। ਰੀ ਤੋਂ ਭਾਵ ਹੈ ਸਖੀ ਤੇਰੀ ਭਗਤੀ ਰੂਪੀ ਲਾਲੀ ਕਿਹੋ ਜਿਹੀ ਬਣੀ ਹੈ। ਕਵਨ ਰੰਗ ਤੂੰ ਭਈ ਗੁਲਾਲੀ ਅਤੇ ਕਵਨ ਰੰਗ ਕਿਵੇਂ ਤੂੰ ਗਿਆਨ ਰੂਪੀ ਗਾੜੇ ਰੰਗ ਵਾਲੀ ਹੋਈ ਹੈ। ਸੋ ਸ਼ਬਦ ਪ੍ਰਾਰੰਭ ਇਸ ਪ੍ਰਕਾਰ ਕਰਦੇ ਨੇ। ਲਾਲ ਚੋਲਨਾ ਤੈਂ ਤਨ ਸੋਹਿਆ ਸੁਰ ਜਨ ਭਾਨੀ ਤਾਂ ਮਨ ਮੋਹਿਆ। ਲਾਲ ਚੋਲਨਾ ਜਿਹੜਾ ਹੈ ਪ੍ਰੇਮ ਰੂਪੀ ਚੋਲਾ ਤੇਰੇ ਸਰੀਰ ਉੱਤੇ ਸੁਭਾਇਮਾਨ ਹੋ ਰਿਹਾ। ਸੁਰਜਨ ਪਰਮਾਤਮਾ ਨੂੰ ਤੂੰ ਭਾ ਗਈ ਹੈ ਤਾਂ ਹੀ ਤੂੰ ਕਹਿੰਦੇ ਉਹਦੇ ਮਨ ਨੂੰ ਮੋਹਿਤ ਕੀਤਾ, ਆਪਣੇ ਵੱਲ ਖਿੱਚਿਆ ਹੈ, ਉਹਨੂੰ ਚੰਗੀ ਲੱਗੀ ਹੈ ਤੂੰ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਤੁਮ ਹੀ ਸੁੰਦਰ ਤੁਮ ਹੈ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ। ਮੈਂ ਜਾਣਿਆ ਕਿ ਤੂੰ ਹੀ ਸੁੰਦਰ ਰੂਪ ਵਾਲੀ ਹੈ, ਤੈਨੂੰ ਹੀ ਪਤੀ ਮਿਲਿਆ, ਤੈਨੂੰ ਹੀ ਸੁਹਾਗ ਤੋਂ ਭਾਵ ਪਤੀ ਮਿਲਿਆ ਹੈ। ਲਾਲਨ ਤੋਂ ਭਾਵ ਪਿਆਰਾ ਪਰਮੇਸ਼ਰ ਤੇਰੇ ਦਿਲ ਰੂਪ ਘਰ ਵਿੱਚ ਹੈ ਤੇ ਚੰਗੇ ਭਾਗ ਵੀ ਤੇਰੇ ਘਰ ਵਿੱਚ ਨੇ। ਚੰਗਾ ਭਾਗ ਵੀ ਹੈ ਤੇਰਾ, ਤਾਂਹੀਓ ਤੈਨੂੰ ਵਾਹਿਗੁਰੂ ਨਾਲ ਤੇਰਾ ਮਿਲਾਪ ਹੋਇਆ, ਪ੍ਰਾਪਤੀ ਹੋਈ ਹੈ। ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ। ਸੋ ਸਤਵੰਤੀ ਭਾਵ ਹੁੰਦੀ ਪਤੀ ਵਾਲੀ ਵੀ ਤੂੰ ਹੀ ਹੈ, ਸਾਰਿਆਂ ਤੋਂ ਪ੍ਰਧਾਨ ਤੋਂ ਭਾਵ ਮੁਖੀ ਵੀ ਤੂੰ ਹੀ ਹੈ। ਪ੍ਰੀਤਮ ਤੋਂ ਭਾਵ ਪਰਮਾਤਮਾ ਨੂੰ ਵੀ ਤੂੰ ਹੀ ਚੰਗੀ ਲੱਗੀ ਹੈ। ਸੁਰ ਗਿਆਨ ਹੁੰਦਾ ਹੈ
ਦਿਵ ਗਿਆਨਨ ਵੀ ਤੂੰ ਹੀ ਹੈ। ਕਿਉਂਕਿ ਸੁਰ ਦੇਵਤਿਆਂ ਦੀ ਜਿਹੜੀ ਸੋ ਜਿਵੇਂ ਮਨੁੱਖਾਂ ਦੀ ਉਤਪਤੀ ਦੱਸੀ ਹੈ ਸੰਸਾਰ ਸਾਰੇ ਦੀ, ਅੰਡਜ ਜੇਰਜ ਸੇਤਜ ਉਤਪੁਜ ਖਾਣੀਆਂ ਚੋਂ ਪੰਜਵੀਂ ਖਾਣੀ ਦਿਵਯੋਪਾਤ ਹੈ, ਜਿਹਦੇ ਤੋਂ ਦੇਵਤੇ ਬਣਾਏ ਨੇ। ਜਦੋਂ ਬੰਦੇ ਦੀ ਦਿਵ ਦ੍ਰਿਸ਼ਟੀ ਖੁੱਲ੍ਹਦੀ ਆ ਤਾਂਹੀਓ ਉਹ ਦਿਵਯੋਪਾਤ ਖਾਣੀ ਵਾਲੇ ਦਿਖਦੇ ਨੇ। ਇਹ ਸੁਰ ਗਿਆਨ ਦਾ ਅਰਥ ਇੱਥੇ ਇਹੀ ਹੈ। ਕਹਿੰਦੇ ਦਿਵਿਆ ਗਿਆਨਨ ਵੀ ਤੂੰ ਹੀ ਹੈ। ਮਹਾਤਮਾ ਰੂਪ ਸਖੀ ਅੱਗਿਓਂ ਜਵਾਬ ਦਿੰਦੀ ਹੋਈ ਫਰਮਾਉਂਦੀ ਹੈ, ਕਹਿੰਦੀ ਇਹ 'ਚ ਮੇਰਾ ਕੋਈ ਜ਼ੋਰ ਨਹੀਂ, ਕੋਈ ਸਿਆਣਪ ਨਹੀਂ ਹੈ, ਇਹ ਤਾਂ ਉਹਨਾਂ ਦੀ ਆਪਣੀ ਹੀ ਕਿਰਪਾ ਹੋਈ ਮੇਰੇ ਤੇ। ਪ੍ਰੀਤਮ ਭਾਨੀ ਤਾਂ ਰੰਗ ਗੁਲਾਲ, ਕਹੋ ਨਾਨਕ ਸਭ ਦ੍ਰਿਸ਼ਟ ਨਿਹਾਲ। ਸੁਨਰੀ ਸਖੀ ਇਹ ਹਮਰੀ ਕਾਲ, ਪ੍ਰਭ ਆਪ ਸਿੰਗਾਰ ਸਵਾਰਨਹਾਰ। ਰਹਾਉ ਦੂਜਾ। ਸੋ ਪਹਿਲੇ ਰਹਾਉ ਵਿੱਚ ਜਿਹੜਾ ਪ੍ਰਸ਼ਨ ਕੀਤਾ ਸੀ, ਕਵਨ ਬਣੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ ਰਹਾਉ। ਦੂਜੇ 'ਚ ਉਹਦਾ ਜਵਾਬ ਹੈ, ਸੁਨਰੀ ਸਖੀ ਇਹ ਹਮਰੀ ਕਾਲ, ਪ੍ਰਭ ਆਪ ਸਿੰਗਾਰ ਸਵਾਰਨਹਾਰ। ਕਹਿੰਦੇ ਸੁਨਰੀ ਸਖੀ ਇਹ ਹਮਰੀ ਕਾਲ ਤੋਂ ਭਾਵ ਇਹ ਜਗਿਆਸੂ ਰੂਪ ਸਖੀ ਸੁਣਨਾ ਕਰ। ਮੇਰੀ ਕਮਾਈ ਇਹ ਹੈ ਕਿ ਪ੍ਰੀਤਮ ਪਤੀ ਨੂੰ ਜਦੋਂ ਮੈਂ ਭਾਨੀ, ਮੈਂ ਪਰਮਾਤਮਾ ਨੂੰ ਭਾ ਗਈ। ਬਸ ਕੋਈ ਕਮਾਈ ਵਾਲੀ ਗੱਲ ਨਹੀਂ ਹੈਗੀ। ਬਸ ਇਹ ਨਹੀਂ ਪਤਾ ਉਹਨੂੰ ਕੀ ਚੰਗਾ ਲੱਗਿਆ, ਇਹ ਤਾਂ ਉਹੀ ਜਾਣਦਾ। ਬਸ ਇਹੀ ਕਮਾਈ ਹੈ। ਕਹੋ ਨਾਨਕ ਸ਼ੁਭ ਦ੍ਰਿਸ਼ਟ ਨਿਹਾਲ, ਉਹਨੇ ਸ਼ੁਭ ਦ੍ਰਿਸ਼ਟੀ ਕਰਕੇ ਦੇਖਿਆ ਮੇਰੇ ਵੱਲ, ਤੇ ਵਾਹਿਗੁਰੂ ਆਪ ਸੀਗਾਰ ਸਵਾਰਨਹਾਰ। ਸਵਾਰਨਹਾਰ ਵਾਹਿਗੁਰੂ ਨੇ ਆਪ ਜਪ ਤਪ ਆਦਿਕ ਸ਼ਿੰਗਾਰਾਂ ਨਾਲ ਸਵਾਰਨਾ ਕੀਤਾ ਹੈ। ਉਹਨੂੰ ਪਤਾ ਨਹੀਂ ਕੀ ਪਾਉਂਦਾ, ਇਹ ਤਾਂ ਉਹੀ ਜਾਣਦਾ। ਤਾਂ ਕਹਿੰਦੇ ਰੰਗ ਗੁਲਾਲ, ਤਾਂ ਫਿਰ ਗਾੜਾ ਗਿਆਨ ਰੂਪੀ ਰੰਗ ਚੜ੍ਹਿਆ, ਤਾਂ ਹੀ ਭਗਤੀ ਰੂਪੀ ਲਾਲੀ ਬਣੀ ਹੈ, ਤਾਂ ਹੀ ਪ੍ਰੇਮ ਰੂਪੀ ਲਾਲ ਚੋਲਾ ਸੋਇਆ, ਤਾਂ ਹੀ ਸੁਰਜਨ ਨੂੰ ਭਾਨੀ ਹੈ ਭਾ ਗਈ, ਤਾਂ ਹੀ ਸੁੰਦਰ ਹੋਈ, ਤਾਂ ਹੀ ਸੁਹਾਗਵੰਤੀ ਹੋਈ, ਤਾਂ ਹੀ ਭਾਗਾਂ ਵਾਲੀ ਹੋਈਆਂ, ਤਾਂ ਹੀ ਸਤ ਪ੍ਰਤੱਗ ਹੋਈਆਂ, ਤਾਂ ਹੀ ਸਭ ਤੋਂ ਮੁਖੀ ਹੋਈਆਂ। ਕਹਿੰਦੇ ਤਾਂ ਹੀ ਮੈਂ ਪ੍ਰੀਤਮ ਨੂੰ ਭਾਈਆਂ, ਤਾਂ ਇਹ ਦਿਵਿਆ ਗਿਆਨਨ ਹੋਈਆਂ। ਬਸ ਉਹਦੀ ਨਜ਼ਰ ਹੀ ਹੋ ਗਈ ਮੇਰੇ ਤੇ। ਇਹ ਨਾ ਕਹੀਂ ਕਿ ਮੈਂ ਕੋਈ ਚਲਾਕੀ ਕੀਤੀ, ਕੋਈ ਸੇਵਾ ਕੀਤੀ ਆ, ਜਾਂ ਮੈਂ ਕੋਈ ਜ਼ਿਆਦਾ ਬੰਦਗੀ ਕਰ ਲਈ ਹੈ। ਜੇ ਤੂੰ ਦੇਖੇ ਸੇਵਾ ਵਾਲੇ ਬਹੁਤ ਬੈਠੇ ਨੇ, ਉਹਨਾਂ ਨੂੰ ਉਹ ਪੁੱਛਦਾ ਹੀ ਨਹੀਂ, ਕਿਉਂਕਿ ਉਹਨਾਂ ਨੇ ਹਉਮੈ ਵਿੱਚ ਸੇਵਾ ਕੀਤੀ ਆ। ਜੇ ਤੂੰ ਕਹੇ ਮੈਂ ਕੋਈ ਬੰਦਗੀ ਕੀਤੀ ਆ, ਬਥੇਰੇ ਬੈਠੇ ਬੰਦਗੀਆਂ ਕਰਨ ਵਾਲੇ, ਪੁੱਛਦਾ ਹੀ ਨਹੀਂ। ਕਹਿੰਦੇ ਮੈਨੂੰ ਬਸ ਇਸ ਕਰਕੇ ਕਿ ਮੈਂ ਕੀੜੀ ਵਾਂਗੂ ਨਿਮਰਤਾ ਧਾਰ ਲਈ ਵੀ ਮਹਾਰਾਜ ਜੀ ਐਡੇ ਐਡੇ ਵੱਡੇ ਬੈਠੇ ਆ, ਮੇਰੀ ਵਾਰੀ ਪਤਾ ਨਹੀਂ ਕਦੋਂ ਆਊਗੀ। ਬਸ ਉਹ ਮੇਰੀ ਨਿਮਰਤਾ ਤੇ ਪ੍ਰਸੰਨ ਹੋ ਗਿਆ। ਆਸਾ ਮਹੱਲਾ ਪੰਜਵਾ। ਦੁਖ ਕਨੋ ਜਬ ਹੋਤੇ ਦੂਰ, ਅਬ ਮਸਲਤ ਮੋਹੇ ਮਿਲੀ ਹਦੂਰ। ਜਦੋਂ ਪਤੀ ਜੀ ਮੈਥੋਂ ਦੂਰ ਹੁੰਦੇ ਸੀ, ਪਰਮੇਸ਼ਰ ਜੀ ਭਾਵ ਪਰੋਖ ਸਨ ਗੁਪਤ ਰੂਪ 'ਚ, ਉਦੋਂ ਤੱਕ ਮੈਨੂੰ ਘਣੋ ਹੁੰਦਾ, ਬਹੁਤਾ ਹੀ ਦੁੱਖ ਹੁੰਦਾ ਸੀ। ਐਂ ਦੁੱਖ ਲੱਗਣਾ ਕਿ ਪਤਾ ਨਹੀਂ ਕਦੋਂ ਕਿ ਮਿਲਣਾ, ਕਦੋਂ ਕਿ ਦਰਸ਼ਨ ਹੋਣਗੇ। ਹੁਣ ਮੈਨੂੰ ਗੁਰਾਂ ਪਾਸੋਂ ਪਤੀ ਦੇ ਹਦੂਰ ਤੋਂ ਭਾਵ ਕੋਲ ਰਹਿਣ ਦੀ ਮਸਲਤ ਹੋ ਗਈ, ਸਲਾਹ ਮਿਲ ਗਈ। ਹੁਣ ਕਿਰਪਾ ਗੁਰੂ ਸਾਹਿਬ ਨੇ ਕੀਤੀ, ਮੈਨੂੰ ਤਰੀਕਾ ਦੱਸਤਾ, ਢੰਗ ਦੱਸਤਾ ਕਿ ਤੂੰ ਉਹਨੂੰ ਅਨੁਭਵ ਕਰ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ, ਕੋਲ ਹੀ ਸਮਝ। ਦੂਰ ਕਿਉਂ ਕਹਿੰਦੀ ਹੈ? ਚੁੱਕਾ ਨਿਹੋਰਾ ਸਖੀ ਸਹੇਰੀ, ਭਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਓ। ਹੇ ਸਖੀ ਸਹੇਰੀ, ਪਿਆਰੀ ਸਖੀ ਸੁਣ, ਹੁਣ ਮੇਰਾ ਜਿਹੜਾ ਨਿਹੋਰਾ ਸੀ, ਅਹਿਸਾਨ ਸੀ, ਉਹ ਚੁੱਕ ਗਿਆ। ਕਿਉਂਕਿ ਗੁਰਾਂ ਨੇ ਪਤੀ ਪ੍ਰਮਾਤਮਾ ਨਾਲ ਮੇਰੀ ਤੋਂ ਭਾਵ ਮੇਲ ਦਿੱਤਾ ਤੇ ਮੇਰਾ ਭਰਮ ਦੂਰ ਕਰ ਦਿੱਤਾ। ਕਹਿੰਦੇ ਅੰਦਰ ਨੂੰ ਦੇਖ, ਅੰਦਰ ਦੇਖ ਕੇ ਵਾਹਿਗੁਰੂ ਕਹਿ, ਅੰਦਰ ਹੀ ਬੈਠਾ, ਆਪੇ ਆਵਾਜ਼ ਦੇਵੇਗਾ ਅੰਦਰੋਂ। ਫਿਰ ਮੈਨੂੰ ਗੁਰੂ ਸਾਹਿਬ ਨੇ ਇਹ ਰਸਤਾ ਦੱਸਿਆ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਨਿਕਟਿਆਨ ਪ੍ਰੈ ਸੇਜ ਤਰੀ, ਕਾਣ ਕੱਢਣ ਤੇ ਛੂਟ ਪਰੀ। ਪਤੀ ਨੇ ਮੈਨੂੰ ਸੇਜਾ ਦੇ ਪਾਸ ਹੀ ਲਿਆ ਬਿਠਾਇਆ, ਜਿਹੜੀ ਅੰਤਰਮੁਖ ਬਿਰਤੀ ਕਰ ਦਿੱਤੀ ਮੇਰੀ। ਇਸ ਲਈ ਮੈਂ ਹੁਣ ਲੋਕਾਂ ਦੀ ਜਿਹੜੀ ਕਾਨ ਕਨੋੜ ਸੀ ਕੱਢਣ ਤੋਂ ਛੁੱਟ ਗਈ ਹਾਂ। ਕਹਿੰਦੇ ਹਿਰਦੇ ਦੇ ਅੰਦਰ ਹੀ ਪਤੀ ਬੈਠਾ ਹੈ। ਮੰਦਰ ਮੇਰਾ ਸ਼ਬਦ ਉਜਾਰਾ, ਅਨੰਦ ਬਿਨੋਦੀ ਖਸਮ ਹਮਾਰਾ। ਜਿਸ ਵੇਲੇ ਮੇਰੇ ਸਰੀਰ ਮੰਦਰ ਵਿੱਚ ਗੁਰੂ ਉਪਦੇਸ਼ ਰੂਪ ਦੀਪਕ ਉਜਾਰਿਆ ਹੋਇਆ, ਪ੍ਰਕਾਸ਼ ਹੋਇਆ, ਗੁਰੂ ਸਾਹਿਬ ਦਾ ਉਪਦੇਸ਼ ਮੈਂ ਪ੍ਰਾਪਤ ਕੀਤਾ, ਅੰਧਿਆਰੇ ਦੀਪਕ ਚਹੀ ਹੈ, ਇੱਕ ਬਸਤੋ ਗੋਚਰ ਲਈ ਹੈ।
ਅੰਧਿਆਰੇ ਵਿੱਚ ਮੈਨੂੰ ਗੁਰੂ ਸਾਹਿਬ ਨੇ ਚਾਨਣ ਦਿਖਾਇਆ। ਸੋ ਜਿਵੇਂ ਸ਼ਹਿਰ ਵਿੱਚ ਤਾਂ ਲਾਈਟ ਹੁੰਦੀ ਆ, ਦੂਰ ਵੱਡੀਆਂ ਸੜਕਾਂ 'ਤੇ ਜਦੋਂ ਜਾਂਦੇ ਉੱਥੇ ਲਾਈਟ ਨਹੀਂ ਹੁੰਦੀ। ਉੱਥੇ ਫਿਰ ਉਹ ਲਾਈਟ ਜਿਹੜੀ ਆ ਗੱਡੀ ਦੀ ਲਾਈਟ ਹੀ ਕੰਮ ਕਰਦੀ ਆ। ਇਉਂ ਗੁਰੂ ਦਾ ਉਪਦੇਸ਼ ਵੱਡਿਆਂ ਰਾਹਾਂ 'ਤੇ ਕੰਮ ਕਰਦਾ। ਮਹਾਰਾਜ ਕਹਿੰਦੇ ਫਿਰ ਹੌਲੀ ਹੌਲੀ ਜਦੋਂ ਗੁਰੂ ਸਾਹਿਬ ਨੇ ਮੈਨੂੰ ਉਜਿਆਰਾ ਬਖਸ਼ਿਸ਼ ਕੀਤਾ, ਪ੍ਰਕਾਸ਼ ਦਿੱਤਾ, ਤਾਂ ਉਸ ਵਕਤ ਫਿਰ ਇਹ ਨਿਸ਼ਚੈ ਕੀਤਾ ਕਿ ਮੇਰਾ ਜੋ ਮਾਲਕ ਪਤੀ ਪ੍ਰਮਾਤਮਾ ਹੀ ਆਨੰਦਦਾਇਕ ਕੌਤਕਾਂ ਦੇ ਕਰਨ ਵਾਲਾ ਬਨੋਦੀ ਹੈ ਮੇਰਾ ਮਾਲਕ। ਮਸਤਕ ਭਾਗ ਮੈਂ ਫਿਰ ਕਰ ਆਇਆ, ਥਿਰ ਸੁਹਾਗ ਨਾਨਕ ਜਨ ਪਾਇਆ। ਮੱਥੇ ਦੇ ਚੰਗੇ ਭਾਗਾਂ ਕਰਕੇ ਜਦੋਂ ਮੇਰੇ ਘਰ ਵਿੱਚ ਪਿਆਰਾ ਪਤੀ ਆਇਆ ਤਾਂ ਮੈਂ ਸੇਵਕ ਨੇ ਥਿਰ ਸੁਹਾਗ ਪਾਇਆ, ਅਚਲ ਆਨੰਦ ਪ੍ਰਾਪਤ ਕੀਤਾ। ਆਸਾ ਮਹੱਲਾ ਪੰਜਵਾ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਸੋ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕਰਵਾਉਂਦੇ ਹੋਇਆਂ ਕਿਸੇ ਮਜ਼ਦੂਰ ਨੂੰ ਤਾੜ ਫਾੜ ਕੀਤੀ ਤਾਂ ਸਿੱਖਾਂ ਨੇ ਕਿਹਾ, ਮਹਾਰਾਜ ਜੀ ਆਪ ਤਾਂ ਸ਼ਾਂਤੀ ਸਰੂਪ ਹੋ। ਆਪ ਇਸ ਪ੍ਰਕਾਰ ਉਹਨੂੰ ਵੀਰ ਰਸ ਵਿੱਚ ਆ ਕੇ ਬਚਨ ਬੋਲਿਆ। ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਕਹਿੰਦੇ ਇਹ ਤਾਂ ਬਾਹਰੋਂ ਹੀ ਹੈ ਸਾਰਾ ਕੁਛ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਕਹਿੰਦੇ ਮੇਰਾ ਮਨ ਤਾਂ ਅਸਲ ਸੱਚੇ ਨਾਮ 'ਚ ਲੱਗਿਆ ਹੋਇਆ। ਇਹ ਤਾਂ ਉੱਪਰਲੇ ਵਿਹਾਰ ਚਲਾਉਣ ਵਾਸਤੇ ਲੋਕਾਂ ਨਾਲ ਮੇਰਾ ਠਾਠਾ ਬਾਗਾ ਪੋਚਾ ਪਾਚੀ ਚੱਲਦੀ। ਦੇਖਣ ਨੂੰ ਬਹੁਤ ਕਈ ਵਾਰ ਸੁਭਾਅ ਸਖਤ ਲੱਗਦਾ ਹੁੰਦਾ ਮਹਾਂਪੁਰਖਾਂ ਦਾ। ਸੋ ਗੁਰਮੁਖਾਂ ਦੇ ਲੱਛਣ ਦੱਸਦਿਆਂ ਹੋਇਆਂ ਕਵੀ ਸੰਤੋਖ ਸਿੰਘ ਜੀ ਦੱਸਦੇ ਨੇ, ਇੱਕ ਹੁੰਦੇ ਨੇ ਜਿਹੜੇ ਅੰਗੂਰ ਵਰਗੇ ਗੁਰਮੁਖ ਹੁੰਦੇ ਨੇ, ਬਾਹਰੋਂ ਵੀ ਨਰਮ ਅੰਦਰੋਂ ਵੀ ਨਰਮ। ਇੱਕ ਉਹ ਗੁਰਮੁਖ ਹੁੰਦੇ ਨੇ ਜਿਹੜੇ ਬਦਾਮ ਵਰਗੇ ਹੁੰਦੇ ਨੇ। ਬਦਾਮ ਦੀ ਛਿਲਕਾ ਬਾਹਰੋਂ ਕਿੰਨਾ ਸਖਤ ਹੁੰਦਾ, ਅੰਦਰੋਂ ਬਿਲਕੁਲ ਨਰਮ ਹੁੰਦਾ। ਇੱਕ ਉਹ ਵੀ ਹੁੰਦੇ ਨੇ ਇਹੋ ਜਿਹੇ ਲੋਕ ਜਿਹੜੇ ਬੇਰ ਵਰਗੇ ਹੁੰਦੇ ਨੇ। ਬੇਰ ਬਾਹਰੋਂ ਨਰਮ ਹੁੰਦਾ, ਅੰਦਰੋਂ ਹਿੜਕ ਜੀ ਬਹੁਤ ਸਖਤ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਗੁਰਮੁਖ ਜਿਹੜੇ ਹੁੰਦੇ ਨੇ ਆਪਣੇ ਆਪ ਨੂੰ ਛਪਾਉਣ ਲਈ ਬਦਾਮ ਵਰਗਾ ਜੀਵਨ ਬਣਾ ਲੈਂਦੇ ਨੇ। ਦੇਖਣ ਨੂੰ ਲੱਗਦੇ ਹੁੰਦੇ ਨੇ ਵੀ ਇਹ ਬੜੇ ਗਰਮ ਸੁਭਾਅ ਦਾ। ਸੋ ਉਹ ਸਿਰਫ ਉਹਨਾਂ ਨੇ ਪਰਦਾ ਹੀ ਪਾਇਆ ਹੁੰਦਾ ਉੱਪਰ, ਪਰ ਅੰਦਰੋਂ ਬਿਲਕੁਲ ਹੀ ਰੱਬ ਦੇ ਨਾਲ ਮਿਲਾਪ ਹੋਇਆ ਹੁੰਦਾ। ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹਾਂ ਜੈਸੇ ਜਲ ਮਹਿ ਕੌਲਾ ਰਹਾਓ। ਬਾਹਰੋਂ ਸਰੀਰ ਕਰਕੇ ਤਾਂ ਲੈਣ ਦੇਣ ਦੀ ਸਾਰੀ ਜਿਹੜੀ ਮਰਿਆਦਾ ਨਾਲ ਮਿਲਿਆ ਹੋਇਆ, ਬਾਹਰੋਂ ਦੇਖਣ ਨੂੰ ਆਵਾਂ ਜਿਵੇਂ ਮਿਲਿਆ। ਜਿਵੇਂ ਪੰਜਵੇਂ ਪਾਤਸ਼ਾਹ ਕੋਲ ਭਾਈ ਗੁਰਮੁਖ ਨਾਮੇ ਸਿੱਖ ਨੇ ਬੇਨਤੀ ਕੀਤੀ, ਕੋਈ ਇਹੋ ਜਿਹਾ ਸਿੱਖ ਦਿਖਾਓ ਜਿਹੜੇ ਇਹੋ ਜਿਹੀ ਅਵਸਥਾ ਵਾਲਾ ਹੋਵੇ। ਸੋ ਮਹਾਰਾਜ ਨੇ ਭਾਈ ਭਿਖਾਰੀ ਦੇ ਕੋਲ ਭੇਜਿਆ ਸੀ ਉਹਨੂੰ। ਭਾਈ ਭਿਖਾਰੀ ਦੇਖਣ ਨੂੰ ਲੱਗੇ ਨਾ ਵੀ ਇੰਨੀ ਉੱਚੀ ਅਵਸਥਾ ਦਾ ਮਾਲਕ ਹੋਣਾ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਗੁਰਸਿੱਖ ਬਾਹਰੋਂ ਦੇਖਣ ਨੂੰ ਤਾਂ ਦੁਨੀਆ ਵਿੱਚ ਫਸੇ ਹੀ ਲੱਗਦੇ ਹੁੰਦੇ ਨੇ, ਅੰਦਰੋਂ ਇੰਨੀ ਸੋਹਣੀ ਅਵਸਥਾ ਹੁੰਦੀ ਆ ਕਿ ਕਿਸੇ ਨੂੰ ਆਪਣਾ ਆਪ ਜ਼ਾਹਰ ਹੀ ਨਹੀਂ ਕਰਦੇ। ਫਿਰ ਮਨ ਕਰਕੇ ਆਉਂ ਨਿਰਲੇਪ ਰਹਿੰਦੇ ਆ, ਜਿਵੇਂ ਜਲ ਦੇ ਵਿੱਚ ਕਵਲ ਫੁੱਲ ਨਿਰਲੇਪ ਰਹਿੰਦਾ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਇਹ ਨਹੀਂ ਹੁੰਦਾ ਕੋਈ ਗੱਲਾਂ ਬਾਤਾਂ ਨਹੀਂ ਕਰਦੇ, ਪਰ ਉਹਨਾਂ ਦੀ ਸੂਈ ਉੱਥੇ ਹੀ ਟਿਕੀ ਹੁੰਦੀ ਨਾਮ ਤੇ। ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਮੂੰਹ ਦੀ ਗੱਲਬਾਤ ਸਾਰਿਆਂ ਨਾਲ ਕਰਦੇ ਆ ਤੇ ਜੀ ਨੂੰ ਆਪਣੇ ਵਾਹਿਗੁਰੂ ਨਾਲ ਜੋੜੀ ਰੱਖਦੇ ਆ। ਮੈਂ ਮਹਾਰਾਜ ਕਹਿੰਦੇ ਹਮੇਸ਼ਾ ਚਿੱਤ ਮੇਰਾ ਉੱਥੇ ਜੁੜਿਆ ਹੁੰਦਾ। ਬਾਹਰੋਂ ਦੇਖਣ ਨੂੰ ਮੈਂ ਲੱਗਦਾ ਕਿ ਮੈਂ ਗੱਲਾਂ ਬਾਤਾਂ ਕਰਦਾ। ਦੀਸ ਆਵਤ ਹੈ ਬਹੁਤ ਪੀ ਹਾਲਾ, ਸਗਲ ਚਰਨ ਕੀ ਇਹੋ ਮਨ ਰਾਲਾ। ਉੱਪਰੋਂ ਮੇਰਾ ਚਿਹਰਾ ਜਿਹੜਾ ਤਾੜਨ ਫਾੜਨ ਕਰਕੇ ਬਹੁਤ ਹੀ ਲੱਗਦਾ ਕਿ ਮਹਾਰਾਜ ਗੁੱਸੇ 'ਚ ਨੇ, ਪਰ ਨਜ਼ਰ ਆਉਂਦਾ ਪਰ ਇਹ ਮੇਰਾ ਮਨ ਸਗਲ ਸਾਰੀ ਸੰਗਤ ਦੇ ਚਰਨਾਂ ਦੀ ਰਾਲਾ ਤੋਂ ਭਾਵ ਧੂੜੀ ਹੋ ਰਿਹਾ। ਬਾਬਾ ਬੁੱਢਾ ਜੀ ਕੋਲ ਜਦ ਵਜ਼ੀਰ ਖਾਂ ਗਿਆ, ਮਹਾਰਾਜ ਨੇ ਭੇਜਿਆ ਸੀ, ਕਹਿੰਦਾ ਮਹਾਰਾਜ ਜਲੰਧਰ ਦੀ ਬਿਮਾਰੀ, ਪੇਟ 'ਚ ਪਾਣੀ ਭਰ ਜਾਂਦਾ। ਮਹਾਰਾਜ ਕਹਿੰਦੇ ਉੱਥੇ ਬਾਬਾ ਬੁੱਢਾ ਜੀ ਕੋਲ ਚਲੇ ਜਾਓ। ਬਾਬਾ ਬੁੱਢਾ ਜੀ ਦੁੱਖ ਭੰਜਨੀ ਬੇਰੀ ਦੇ ਕੋਲੋਂ ਮਿੱਟੀ ਕੱਢ ਰਹੇ ਸੀ, ਸਰੋਵਰ ਬਣ ਰਿਹਾ ਸੀ। ਉਦੋਂ ਵਜ਼ੀਰ ਖਾਂ ਆਇਆ, ਟੋਕਰਾ ਭਰ ਕੇ ਬਾਬਾ ਜੀ ਸਰੋਵਰ ਤੋਂ ਜਦ ਬਾਹਰ ਆਏ, ਕਹਿੰਦੇ ਮੈਨੂੰ ਜੀ ਜਲੰਧਰ ਦੀ ਬਿਮਾਰੀ, ਬਾਬਾ ਜੀ ਨੇ ਰੇਤੇ ਦਾ ਭਰਿਆ ਹੋਇਆ ਮਿੱਟੀ ਦਾ ਟੋਕਰਾ ਉਹਦੇ ਪੇਟ 'ਤੇ ਮਾਰਿਆ, ਭਾਜਾ ਇੱਥੋਂ ਮੈਂ ਕਿਤੇ ਠੀਕ ਕਰਦਾ, ਨਾਲੇ ਉਹਦਾ ਪੇਟ ਠੀਕ ਕਰ ਦਿੱਤਾ। ਗੁਰਮੁਖਾਂ ਦਾ ਤਾਂ ਇਹੀ ਹੁੰਦਾ, ਜੇ ਉਹ ਸੋਟਾ ਵੀ ਮਾਰ ਦੇਣ ਤਾਂ ਵੀ ਚੰਗਾ ਹੀ ਆ, ਜੇ ਉਹ ਕੋਈ ਬਚਨ ਵੀ ਕਰ ਦੇਣ ਤਾਂ ਵੀ ਚੰਗਾ ਹੀ ਆ, ਭਲਾ ਹੀ ਕਰ ਦਿੰਦੇ।
ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਮਹਾਰਾਜ ਕਥਨ ਕਰਦੇ ਨੇ, ਜਿਸ ਵੇਲੇ ਮੈਂ ਸੇਵਕ ਨੇ ਪੂਰਿਆਂ ਗੁਰਾਂ ਨੂੰ ਪ੍ਰਾਪਤ ਕੀਤਾ ਨਾ, ਉਹਨਾਂ ਨੇ ਅੰਦਰ ਬਾਹਰ ਇੱਕ ਪ੍ਰਮਾਤਮਾ ਹੀ ਦਿਖਾਤਾ, ਸਾਰੇ ਆਪ ਹੀ ਬੈਠਾ ਹੈ। ਕੰਮ ਚਲਾਉਣ ਲਈ ਥੋੜ੍ਹਾ ਜਿਹਾ ਕਰਨਾ ਪੈਂਦਾ ਬਾਹਰੋਂ, ਨਹੀਂ ਤਾਂ ਲੋਕ ਫਿਰ ਕੰਮ ਨਹੀਂ ਕਰਦੇ। ਸੋ ਇਸ ਕਰਕੇ ਹੈ ਐਸਾ। 385 ਅੰਗ ਤੇ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ। ਆਸਾ ਮਹੱਲਾ ਪੰਜਵਾ। ਪਾਵਤ ਰਲਿਆ ਜੋਬਨ ਬਲਿਆ, ਨਾਮ ਬਿਨਾ ਮਾਟੀ ਸੰਗ ਰਲਿਆ। ਕੋਈ ਬੜਾ ਹੰਕਾਰੀ ਬੰਦਾ ਘੋੜੇ ਉੱਤੇ ਸਵਾਰ ਹੋ ਕੇ ਚਲਿਆ ਆਉਂਦਾ ਸੀ। ਸੋ ਉਹਦੇ ਹੰਕਾਰ ਨੂੰ ਦੇਖ ਕੇ ਸਤਿਗੁਰੂ ਮਹਾਰਾਜ ਉਪਦੇਸ਼ ਕਰਦੇ ਨੇ, ਅਥਵਾ ਦੁਨੀਆ ਭਰ ਦੇ ਹੰਕਾਰੀ ਲੋਕਾਂ ਨੂੰ ਸਮਝਾਉਂਦੇ ਨੇ। ਕਹਿੰਦੇ ਭਾਈ ਪੁਰਸ਼ਾ, ਤੂੰ ਰਲੀਆਂ ਖੁਸ਼ੀਆਂ ਨੂੰ ਪਾਉਂਦਾ ਆਉਂਦਾ ਹੈ। ਪਾਵ ਤੁਰ ਲਿਆ, ਤੇਰੇ ਪੈਰਾਂ ਹੇਠਾਂ ਘੋੜਾ ਹੈ, ਤੇ ਜੋਬਨ ਬਲੀਆ, ਜੋਬਨ ਅਵਸਥਾ ਵਾਲਾ ਹੈ। ਜੋਬਨ ਅਵਸਥਾ ਵਿੱਚ ਬਲੀਆ ਤੋਂ ਭਾਵ ਸੜ ਰਿਹਾ ਹੈ, ਪਰ ਹਰੀ ਨਾਮ ਜਪੇ ਤੋਂ ਬਿਨਾਂ ਅੰਤ ਨੂੰ ਤੇਰਾ ਮਿੱਟੀ ਨਾਲ ਹੀ ਰੁਲਣਾ ਹੋਵੇਗਾ। ਕਾਨ ਕੁੰਡਲੀਆ ਬਸਤਰ ਓਢਲੀਆ, ਸੇਜ ਸੁਖਲੀਆ ਮਨ ਗਰਬ ਲੀਆ ਰਹਾਉ। ਕੰਨਾਂ ਵਿੱਚ ਤੂੰ ਕੁੰਡਲੇ ਪਾਏ ਹੋਏ ਨੇ ਸੋਨੇ ਦੇ ਬਣਾ ਕੇ, ਤੇ ਚੰਗੇ ਚੰਗੇ ਕੱਪੜੇ ਓਢ ਲਿਆ ਪਹਿਰੇ ਹੋਏ ਨੇ। ਸੁਖਦਾਇਕ ਸੇਜਾਂ ਪ੍ਰਾਪਤ ਹੁੰਦੀਆਂ ਤੈਨੂੰ। ਇਹਨਾਂ ਪਦਾਰਥਾਂ ਦਾ ਮਨ ਵਿੱਚ ਤੂੰ ਹੰਕਾਰ ਕਰਦਾ ਹੈ ਕਿ ਮੇਰੇ ਕੋਲ ਤਾਂ ਪੂਰਾ ਇੰਤਜ਼ਾਮ ਹੈ। ਇਹ ਇੰਤਜ਼ਾਮ ਕੰਮ ਨਹੀਂ ਆਉਣਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤਲੈ ਕੁੰਚਰੀਆ ਸਿਰ ਕਨਕ ਛਤਰੀਆ, ਹਰ ਭਗਤ ਬਿਨਾ ਲੈ ਧਰਨ ਗੱਡ ਲੀਆ। ਸਰੀਰ ਦੇ ਤਲੇ ਹੁੰਦਾ ਕੁੰਚਰੀਆ, ਹਾਥੀ ਦੀ ਸਵਾਰੀ ਵੀ ਹੈ ਤੇਰੇ ਸਿਰ ਤੇ। ਕਨਕ ਛਤਰੀਆ, ਸੋਨੇ ਦਾ ਛਤਰ ਵੀ ਝੂਲਦਾ। ਪਰ ਵਾਹਿਗੁਰੂ ਦੀ ਭਗਤੀ ਕੀਤੇ ਤੋਂ ਬਿਨਾਂ ਤੇਰੇ ਨਿਸਫਲ ਸਰੀਰ ਨੂੰ ਲੈ ਕੇ ਧਰਤੀ ਵਿੱਚ ਗੱਡ ਲਿਆ, ਦੱਬ ਦਿੱਤਾ ਜਾਏਗਾ। ਗੱਡ ਲਿਆ ਕਿਉਂ? ਜਦੋਂ ਤੂੰ ਸਰੀਰ ਛੱਡੇਗਾ ਫਿਰ ਤੂੰ ਹਾਥੀ ਤੇ ਥੋੜੀ ਦੱਬਿਆ ਜਾਏਗਾ, ਧਰਤੀ ਵਿੱਚ। ਸੋ ਸਪੁਰਦੇ ਖਾਕ ਕਰਤਾ ਜਾਏਗਾ, ਤੈਨੂੰ ਮਿਲਾ ਦਿੱਤਾ ਜਾਏਗਾ ਗਰਦੇ 'ਚ ਉਸ ਵਕਤ। ਜਾਂ ਜਦੋਂ ਤੇਰਾ ਸੰਸਕਾਰ ਹੋਵੇਗਾ, ਤੇਰੀ ਮਿੱਟੀ ਜਿਹੜੀ ਆ ਰੋੜ ਦਿੱਤੀ ਜਾਏਗੀ ਪਾਣੀ 'ਚ। ਫਿਰ ਕੀ ਹੋਏਗਾ? ਰੂਪ ਸੁੰਦਰੀਆ ਅਨਕ ਇਸਤਰੀਆ, ਹਰ ਰਸ ਬਿਨ ਸਭ ਸਵਾਦ ਫਿਕਰੀਆ। ਸੁੰਦਰ ਰੂਪਾਂ ਵਾਲੀਆਂ ਚਾਹੇ ਅਨੇਕਾਂ ਇਸਤਰੀਆਂ ਵੀ ਰਾਣੀਆਂ ਤੇਰੇ ਕੋਲੇ ਆ, ਪਰ ਨਾਮ ਰਸ ਤੋਂ ਬਿਨਾਂ ਸਾਰੇ ਸਵਾਦ ਫਿੱਕੇ ਹੀ ਨੇ। ਅੰਤ ਨੂੰ ਫਿਰ ਫਿੱਕੇ ਹੀ ਸਵਾਦ ਰਹਿਣੇ ਨੇ। ਜਿਵੇਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨਮੈ ਕੌੜੇ ਹੋਏਗੇ ਜਿੱਤੜੇ ਮਾਇਆ ਭੋਗ। ਮਾਇਆ ਛਲੀਆ ਵਿਕਾਰ ਵਿਖਲੀਆ, ਸਰਣ ਨਾਨਕ ਪ੍ਰਭ ਪੁਰਖ ਦਇਆਲੀਆ। ਛਲ ਰੂਪ ਮਾਇਆ ਦੀ ਪ੍ਰਾਪਤੀ ਵਾਸਤੇ ਤੂੰ ਕਈ ਤਰ੍ਹਾਂ ਦੇ ਵਿਕਾਰ ਕਰਦਾ ਅਤੇ ਵਿਸ਼ਿਆਂ ਦਾ ਅਲੀਆ ਹੁੰਦਾ ਘਰ ਹੋ ਰਿਹਾ। ਮਾਇਆ ਵਾਸਤੇ ਕਈ ਤਰ੍ਹਾਂ ਦੇ ਵਲ ਛਲ ਕਰਦਾ ਅਤੇ ਵਿਸ਼ੇ ਵਿਕਾਰਾਂ ਦਾ ਘਰ ਹੋ ਰਿਹਾ ਤੂੰ। ਮਹਾਰਾਜ ਫਰਮਾਉਂਦੇ ਨੇ, ਭਾਈ ਜੇ ਤੂੰ ਪ੍ਰਭੂ ਜੋ ਦਿਆਲੂ ਪੁਰਖ ਦੀ ਸ਼ਰਨ ਲੈ ਲਵੇਂ ਤਾਂ ਤੇਰਾ ਵੀ ਭਲਾ ਹੋ ਸਕਦਾ, ਤੂੰ ਵੀ ਆਪਣਾ ਭਲਾ ਕਰਾ ਲੈ। ਆਸਾ ਮਹੱਲਾ ਪੰਜਵਾ। ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਆਸਾ ਰਾਗ ਦੇ ਚ ਪਾਵਨ ਸ਼ਬਦ ਫਰਮਾਉਂਦੇ ਹਨ। ਏਕ ਬਗੀਚਾ ਪੇੜ ਕਨ ਕਰਿਆ, ਅੰਮ੍ਰਿਤ ਨਾਮ ਤਹਾਂ ਮਹਿ ਫਲਿਆ। ਪਰਮੇਸ਼ਰ ਨੇ ਇੱਕ ਸੰਸਾਰ ਰੂਪ ਬਗੀਚਾ ਨਾ, ਘਨ ਹੁੰਦਾ ਬਹੁਤੇ, ਪੇੜ ਬ੍ਰਿਕਸ਼ਾਂ ਵਾਲਾ ਕੀਤਾ, ਦਰਖਤਾਂ ਵਾਲਾ ਹੈ। ਇਹ ਸੰਸਾਰ ਰੂਪ ਬਗੀਚੇ ਵਿੱਚ ਦੇਵਤੇ, ਦੈਂਤ, ਗੁਰਮੁਖ, ਮਨਮੁਖ, ਪਸ਼ੂ, ਪੰਛੀ, ਇਹ ਕਈ ਤਰ੍ਹਾਂ ਦੇ ਬ੍ਰਿਕਸ਼ ਬਣਾਏ ਨੇ ਉਹਨੇ। ਤਾਂ ਮੈਂ ਉਸ ਸੰਸਾਰ ਬਗੀਚੇ 'ਚ ਨਾਮੀ ਅੰਮ੍ਰਿਤ ਸਾਰੇ ਪ੍ਰਫੁੱਲਤ ਹੋ ਰਿਹਾ, ਆਪ ਵਿਆਪਕ ਰੂਪ ਵਿੱਚ ਆਪ ਬੈਠਾ। ਐਸਾ ਕਰੋ ਵਿਚਾਰ ਗਿਆਨੀ, ਜਾਤੇ ਪਾਈਐ ਪਦ ਨਿਰਬਾਨੀ। ਗਿਆਨੀਆਂ ਨਾਲ ਮਿਲ ਕੇ ਬੁੱਧੀਵਾਨ ਇਹੋ ਜਿਹਾ ਵਿਚਾਰ ਕਰੋ ਜਿਸ ਕਰਕੇ ਨਿਰਬੰਧ ਪਦ ਨੂੰ ਪਾਉਣਾ ਕਰੀਏ, ਪਰਮੇਸ਼ਰ ਦੀ ਪ੍ਰਾਪਤੀ ਕਰੀਏ। ਆਸ ਪਾਸ ਬਿਖੂਆ ਕੇ ਕੁੰਟਾ, ਬੀਜ ਅੰਮ੍ਰਿਤ ਹੈ ਭਾਈ ਰੇ ਰਹਾਓ। ਹੁਣ ਮਹਾਰਾਜ ਫਰਮਾਉਂਦੇ ਨੇ, ਸੰਸਾਰ ਰੂਪ ਬਗੀਚੇ ਦੇ ਆਸ-ਪਾਸ ਹੁੰਦਾ, ਆਲੇ ਦੁਆਲੇ ਵਿਸ਼ਿਆਂ ਦੇ ਕੁੰਟ ਨੇ ਕੁਸੰਗ ਦੇ। ਆ ਚਾਰੇ ਪਾਸੇ ਕੁਸੰਗ ਹੀ ਕੁਸੰਗ ਆ। ਇੱਥੇ ਦੇਖ ਲਓ, ਸੰਗਤ ਦੇ ਸਿਰਫ ਇੱਕ ਸਥਾਨ ਹੁੰਦਾ ਗੁਰੂ ਘਰ ਜਿੱਥੇ ਸੰਗਤ ਹੁੰਦੀ ਆ, ਬਾਕੀ ਤਾਂ ਚਾਰੇ ਪਾਸੇ ਕਿੰਨਾ ਗੰਦ ਹੀ ਗੰਦ ਨਜ਼ਰ ਆ ਰਿਹਾ। ਕਹਿੰਦੇ ਭਾਈ ਇਸ ਵਿੱਚ ਸਤਸੰਗ ਰੂਪ ਅੰਮ੍ਰਿਤ ਹੈ। ਅੰਤःਕਰਣ ਦੇ ਆਲੇ ਦੁਆਲੇ ਬਿਖੂਆ ਕੇ ਕੁੰਟਾ ਜਿਹੜੇ ਨੇ 5 ਕੋਸ਼ ਨੇ ਭਾਈ, ਇਹ ਇਸ ਆਤਮਾ ਰੂਪੀ ਅੰਮ੍ਰਿਤ ਅੰਦਰ ਦੇਖੋ ਸਰੀਰ ਦੇ ਅੰਦਰ ਹੀ ਹੈ।
ਸੋ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸਕਾ ਬਿਸਰਾਮ। ਸਰੀਰ ਦੇ ਅੰਦਰ ਹੀ ਹੈ, ਇਸ ਦੇਹੀ ਅੰਤਰ ਪੰਜ ਚੋਰ ਵਸੈ, ਪੰਜ ਚੋਰ ਵੀ ਇੱਥੇ ਹੀ ਨੇ ਤੇ ਅੰਮ੍ਰਿਤ ਵੀ ਅੰਦਰ ਹੀ ਹੈ। ਹਿਰਦੇ ਦੇ ਵਿੱਚ ਅੰਮ੍ਰਿਤ ਵੀ ਹੈ ਤੇ ਪੰਜ ਜਿਹੜੇ ਨੇ ਗੁਪਤ ਹੋ ਕੇ ਬੈਠੇ ਅੰਦਰ, ਉਹ ਅੰਮ੍ਰਿਤ ਲੁੱਟਾ ਹੈ, ਮਨਮੁਖ ਨਹੀਂ ਬੁੱਝਾ। ਉਹ ਸਾਡੇ ਅੰਮ੍ਰਿਤ ਨੂੰ ਅੰਦਰੋਂ ਲੁੱਟੇ ਜਾਂਦੇ ਨੇ, ਪਰ ਇਹ ਮਨਮੁਖ ਲੋਕ ਸਮਝਦੇ ਨਹੀਂ ਇਸ ਗੱਲ ਨੂੰ। ਆਲੇ ਦੁਆਲੇ ਵਿਖੂਆ ਕਿ ਕੁੰਟਾ ਅਵਿਦਿਆ ਅਗਿਆਨ ਭਰੇ ਪਏ ਨੇ ਭਾਈ, ਇਹ ਵਿੱਚ ਬ੍ਰਹਮਾਨੰਦ ਰੂਪੀ ਅੰਮ੍ਰਿਤ ਹੈ। ਸਿੰਚਨ ਹਾਰੇ ਏਕੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਇਹ ਸੰਸਾਰ ਰੂਪ ਬਗੀਚੇ ਨੂੰ ਜਲ ਦੇ ਸਿੰਜਣ ਵਾਲਾ, ਖਾਣ ਪਾਣ ਦੇਣ ਵਾਲਾ ਇੱਕ ਮਾਲੀ ਮਾਇਆ ਸਬਲ ਈਸ਼ਵਰ ਹੈ। ਸ਼ੁੱਧ ਬ੍ਰਹਮ ਹੋਰ ਹੁੰਦਾ, ਉਹ ਨਿਰਗੁਣ ਸਰੂਪ ਹੁੰਦਾ। ਇਹ ਮਾਇਆ ਸਬਲ ਈਸ਼ਵਰ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਉੱਪਰੋਂ ਲੈ ਕੇ ਪਰਮੇਸ਼ਰ ਦੇ ਕਿੰਨੇ ਹੀ ਰੂਪ ਹੁੰਦੇ ਨੇ। ਨਿਰਗੁਣ ਜੋ ਵਿਆਪਕ ਹੈ, ਸਰਗੁਣ ਜੋ ਮਾਇਆ ਸਬਲ ਹੋ ਕੇ ਈਸ਼ਵਰ ਬਣਦਾ, ਜੋ ਪੱਤੇ ਪੱਤਿਆਂ ਦੀ ਤੇ ਡਾਲੀ ਡਾਲੀ ਦੀ ਖਬਰ ਰੱਖਦਾ। ਪੱਤੇ ਸੂਖਮ ਜੀਵ, ਡਾਲੀ ਸਥੂਲ ਜੀਵ, ਇਹਨਾਂ ਸਭਨਾਂ ਦੀ ਖਬਰ ਰੱਖਦਾ। ਸਗਲ ਬਨਸਪਤ ਆਣ ਜੜਾਈ, ਸਗਲੀ ਫੂਲੀ ਨੇ ਫਲ ਨਾ ਕਾਈ। ਉਹ ਪ੍ਰਮਾਤਮਾ ਨੇ ਜੀਵਾਂ ਰੂਪੀ ਸਾਰੀ ਬਨਸਪਤੀ ਆਣ ਹੁੰਦਾ ਦਵੈਤ, ਮਾਇਆ ਵਿੱਚ ਜੜਤ ਕੀਤੀ ਹੋਈ ਹੈ। ਜੀਵਾਂ ਰੂਪੀ ਬਨਸਪਤੀ ਸਾਰੀ ਸ਼ੁਭ ਅਸ਼ੁਭ ਕਰਮਾਂ ਦੇ ਕਰਨ ਵਿੱਚ ਪ੍ਰਫੁੱਲਤ ਹੋ ਰਹੀ ਹੈ। ਨਿਫਲ ਨਾ ਕਾਈ, ਨਿਸਫਲ ਕੋਈ ਵੀ ਨਹੀਂ ਹੈ। ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ, ਨਾਨਕ ਦਾਸ ਤਰੀ ਤਿਨ ਮਾਇਆ। ਮਹਾਰਾਜ ਕਰਦੇ ਨੇ ਬਚਨ ਕੇ, ਜਿਸ ਪੁਰਸ਼ ਨੇ ਦਾਸਾ ਭਾਵ ਧਾਰ ਕੇ ਗੁਰੂ ਸਾਹਿਬ ਕੋਲੋਂ ਪਹਿਲਾਂ ਨਾਮ ਰੂਪ ਅੰਮ੍ਰਿਤ ਲਿਆ, ਨਾਮ ਅੰਮ੍ਰਿਤ ਫਲ ਪ੍ਰਾਪਤ ਕੀਤਾ ਹੈ, ਉਹਨੇ ਮਾਇਆ ਰੂਪ ਔਖੀ ਨਦੀ ਤਰਨਾ ਕੀਤੀ ਆ। ਜਿਨ੍ਹਾਂ ਨੇ ਪੰਜਾਂ ਪਿਆਰਿਆਂ ਕੋਲੋਂ ਨਾਮ ਲੈ ਲਿਆ, ਫਿਰ ਲੈ ਕੇ ਅਭਿਆਸ ਕਮਾਈ ਕੀਤੀ ਹੈ, ਉਹਨਾਂ ਉੱਤੇ ਬਖਸ਼ਿਸ਼ ਹੋਈ ਮਹਾਰਾਜ ਦੀ ਕਿਰਪਾ ਨਾਲ। ਬੜੀਆਂ ਮਿਹਨਤਾਂ ਮਸ਼ੱਕਤਾਂ ਕੀਤੀਆਂ ਉਹਨਾਂ ਨੇ। ਆਸਾ ਮਹੱਲਾ ਪੰਜਵਾ, ਰਾਜ ਲੀਲਾ ਤੇਰਾ ਨਾਮ ਬਨਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਇੱਕ ਗੁਰਸਿੱਖ ਨੇ ਬੇਨਤੀ ਕੀਤੀ, ਹੇ ਮਹਾਰਾਜ, ਆਪ ਜੀ ਨੂੰ ਸਾਰਾ ਪਹਿਰਾਵਾ ਰਾਜਿਆਂ ਵਾਲਾ ਰੱਖਣਾ ਚਾਹੀਦਾ। ਇੰਨੀ ਮਾਇਆ, ਇੰਨੇ ਵੱਡੇ ਆਪ ਸੱਚੇ ਪਾਤਸ਼ਾਹ। ਦੂਜੇ ਸਿੱਖ ਨੇ ਕਿਹਾ ਨਹੀਂ ਨਹੀਂ, ਆਪ ਨੂੰ ਜੋਗੀਆਂ ਵਾਲਾ ਪਹਿਰਾਵਾ ਚਾਹੀਦਾ, ਕਿਉਂਕਿ ਆਪ ਧਾਰਮਿਕ ਹੋ। ਮਹਾਰਾਜ ਸੁਣ ਕੇ ਗੁਰਸਿੱਖਾਂ ਦੀਆਂ ਚੋਚਲੀਆਂ ਗੱਲਾਂ ਹੱਸਦੇ ਨੇ ਵੀ ਹੈ ਤਾਂ ਸ਼ਰਧਾ ਹੀ ਆ, ਪਰ ਸਤਿਗੁਰੂ ਨਾਲ ਸਮਝਾਉਂਦੇ ਹਨ ਵੀ ਭਾਈ ਬਾਹਰਲੇ ਲਿਬਾਸ ਨਾਲ ਨਹੀਂ ਗੱਲ ਹੁੰਦੀ, ਗੱਲ ਹੁੰਦੀ ਅੰਦਰ। ਕਹਿੰਦੇ ਪਰਮੇਸ਼ਰ ਅਸੀਂ ਤਾਂ ਤੇਰੇ ਨਾਮ ਦੀ ਹੀ ਰਾਜਲੀਲਾ ਬਣਾਈ ਹੋਈ ਹੈ, ਅਤੇ ਤੇਰਾ ਜਿਹੜਾ ਕੀਰਤਨ ਗਾਉਂਦੇ ਆ ਮੇਰੇ ਲਈ ਤਾਂ ਇਹੋ ਹੀ ਜੋਗ ਬਣ ਰਿਹਾ ਭਾਈ। ਸਰਬ ਸੁਖਾ ਬਨੇ ਤੇਰੇ ਓਲੈ, ਭ੍ਰਮ ਕੇ ਪਰਦੇ ਸਤਿਗੁਰ ਖੋਲੇ ਰਹਾਓ। ਇਹ ਪਰਮੇਸ਼ਰ ਤੇਰੇ ਓਲੈ, ਸੋ ਲੱਲੇ ਦੇ ਥੱਲੇ ਇਸ ਪ੍ਰਕਾਰ ਭਾਰਾ ਕਰਕੇ ਬੋਲਣਾ, ਇਸ਼ਾਰਾ ਲਾਇਆ ਹੋਇਆ, ਤਾਂ ਆਸਰੇ ਕਰਕੇ ਸਾਰੇ ਸੁੱਖ ਬਣੇ ਹੋਏ ਨੇ। ਭਰਮ ਦੇ ਪਰਦੇ ਸਤਿਗੁਰਾਂ ਨੇ ਖੋਲ ਦਿੱਤੇ ਨੇ ਚੰਗੀ ਤਰ੍ਹਾਂ। ਇਸ ਪ੍ਰਕਾਰ ਇੱਥੇ ਪਾਠ ਦਾ ਇਉਂ ਫਰਕ ਪੈਂਦਾ, ਸਰਬ ਸੁਖਾ ਬਣੇ ਤੇਰੇ ਓਲੈ, ਲੱਲੇ ਨੂੰ ਦਲਾਈਆਂ, ਭ੍ਰਮ ਕੇ ਪਰਦੇ ਸਤਿਗੁਰ ਖੋਲੇ ਨੂੰ ਇੱਕ ਲਾਂ ਲੱਗੀ ਹੈ। ਪਾਠ ਕਰਦਿਆਂ ਭੁਲੇਖਾ ਲੱਗ ਜਾਂਦਾ, ਕਈ ਫਿਰ ਖੋਲਾ ਹੀ ਬੋਲ ਜਾਂਦੇ ਨੇ। ਕਿ ਖੋਲੇ ਤੇ ਓਲੈ ਅਲੱਗ-ਅਲੱਗ ਦੋਵੇਂ ਆ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾ ਨਿਰਬਾਣੇ। ਇਹ ਪਰਮੇਸ਼ਰ ਆਪ ਦੇ ਹੁਕਮ ਨੂੰ ਬੁੱਝ ਕੇ ਰੰਗਾਂ ਰੰਗਾਂ ਦੇ ਰਸ ਮਾਣੇ, ਆਨੰਦ ਭੋਗੇ ਆ। ਸਤਿਗੁਰਾਂ ਦੀ ਸੇਵਾ ਕਰਕੇ ਮਹਾ ਨਿਰਬੰਧ ਪਦਵੀ ਤੇ ਪਹੁੰਚੇ ਹਾਂ। ਹੁਣ ਅਸੀਂ ਨਿਰਬੰਧ ਪਦਵੀ ਹੁੰਦੀ ਹੈ ਨਿਰਜੋਗ ਪਦਵੀ, ਬੰਧਨਾਂ ਤੋਂ ਰਹਿਤ ਪਦਵੀ। ਜਿਨ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣ, ਨਾਮ ਰਤਾ ਸੋਈ ਨਿਰਵਾਣ। ਇਹ ਵਾਹਿਗੁਰੂ ਜੀ ਨੇ ਤੈਨੂੰ ਜਾਣ ਲਿਆ, ਚਾਹੇ ਉਹ ਗ੍ਰਸਤੀ ਹੈ ਤਾਂ ਵੀ ਪ੍ਰਮਾਣਿਕ ਹੈ, ਚਾਹੇ ਉਹ ਉਦਾਸੀ ਸੰਤ ਹੈ ਤਾਂ ਵੀ ਪ੍ਰਮਾਣਿਕ ਹੈ। ਜਿਹੜੇ ਪੁਰਸ਼ ਆਪ ਦੇ ਨਾਮ ਵਿੱਚ ਰੰਗੇ ਹੋਏ ਨੇ, ਰਚੇ ਮਿਚੇ ਨੇ, ਉਹ ਨਿਰਵਾਣ ਹੁੰਦਾ, ਬੰਧਨਾਂ ਤੋਂ ਛੁੱਟ ਜਾਂਦੇ ਨੇ। ਜਾ ਕਉ ਮਿਲਿਓ ਨਾਮ ਨਿਧਾਨਾ, ਭਗਤ ਨਾਨਕ ਤਾ ਕਾ ਪੂਰ ਖਜ਼ਾਨਾ। ਜਿਹਨੂੰ ਨਾਮ ਦਾ ਖਜ਼ਾਨਾ ਮਿਲਿਆ, ਮਹਾਰਾਜ ਕਥਨ ਕਰਦੇ ਨੇ, ਉਹਦਾ ਅੰਤःਕਰਣ ਰੂਪੀ ਖਜ਼ਾਨਾ ਸ਼ੁਭ ਗੁਣਾਂ ਨਾਲ ਪੂਰਨ ਭਰ ਗਿਆ ਜੀ। ਆਸਾ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਆਸਾ ਰਾਗ 'ਚ ਬਖਸ਼ਿਸ਼ ਕਰਦੇ ਨੇ, ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ।
ਹੁਣ ਜੀ ਪੁੱਛਦਾ ਹੈ ਸਤਿਗੁਰੂ ਜੀ ਤੀਰਥਾਂ ਤੇ ਜਾਈਏ ਤਾਂ ਤੀਰਥਵਾਸੀ ਲੋਕ ਮੈਂ ਬੜਾ ਹਾਂ, ਦੂਜਾ ਕਹਿੰਦਾ ਮੈਂ ਬੜਾ, ਇਹੀ ਕਰਦੇ ਨੇ ਨਿਗਾਹ ਆਉਂਦੇ ਸਾਰੇ। ਜੇ ਪੰਡਤਾਂ ਕੋਲੋਂ ਪੁੱਛੀਏ ਤਾਂ ਉਹ ਵੀ ਮਾਇਆ ਵਿੱਚ ਲੀਨ ਦਿਖਾਈ ਦੇ ਰਹੇ ਨੇ, ਪੈਸੇ ਬਿਨਾਂ ਗੱਲ ਨਹੀਂ ਕਰਦੇ ਉਹ। ਸੋ ਅਸਥਾਨ ਬਤਾਵੋ ਮੀਤਾ, ਜਾ ਕੈ ਹਰ ਹਰ ਕੀਰਤਨ ਨੀਤਾ ਰਹਾਉ। ਹੇ ਮਿੱਤਰ ਸਤਿਗੁਰੂ ਆਪ ਕਿਰਪਾ ਕਰਕੇ ਮੈਨੂੰ ਉਹ ਥਾਂ ਦੱਸੋ ਜਿਸ ਜਗ੍ਹਾ ਵਾਹਿਗੁਰੂ ਵਾਹਿਗੁਰੂ ਦਾ ਕੀਰਤਨ ਰੋਜ਼ ਹੋ ਰਿਹਾ ਹੋਵੇ, ਉਹ ਕਿਰਪਾ ਕਰੋ ਮੇਰੇ ਤੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਸ਼ਾਸਤਰ ਵੇਦ ਪਾਪ ਪੁੰਨ ਵਿਚਾਰ, ਨਰਕੇ ਸੁਰਗੇ ਫਿਰ ਫਿਰ ਅਵਤਾਰ। ਜੇ 6 ਸ਼ਾਸਤਰ ਤੇ 4 ਵੇਦਾਂ ਨੂੰ ਵਿਚਾਰੀਏ ਤਾਂ ਉਸ ਵਿੱਚ ਤਾਂ ਕੇਵਲ ਪਾਪਾਂ ਤੇ ਪੁੰਨਾਂ ਦਾ ਹੀ ਵਿਚਾਰ ਦੱਸਿਆ ਹੋਇਆ, ਕਿਉਂਕਿ ਪਾਪ ਲੋਹੇ ਦੀ ਬੇੜੀ ਹੈ ਤੇ ਪੁੰਨ ਸੋਨੇ ਦੀ ਬੇੜੀ ਹੈ। ਜਿਨ੍ਹਾਂ ਪਾਪਾਂ ਪੁੰਨਾਂ ਕਰਕੇ ਇਹ ਜੀਵ ਨਰਕਾਂ ਸਵਰਗਾਂ 'ਚ ਬਾਰ-ਬਾਰ ਆਉਂਦਾ ਜਾਂਦਾ। ਦੂਜਿਆਂ ਗ੍ਰੰਥਾਂ 'ਚ ਤਾਂ ਇਹੀ ਦੱਸਿਆ ਹੋਇਆ। ਗ੍ਰਸਤ ਮਹਿ ਚਿੰਤ ਉਦਾਸ ਅਹੰਕਾਰ, ਕਰਮ ਕਰਤ ਜੀ ਕਉ ਜੰਜਾਰ। ਜੇ ਗ੍ਰਸਤ ਵਿੱਚ ਰਹੀਏ ਤਾਂ ਚਿੰਤਾ ਬੜੀ ਵੱਧਦੀ ਹੈ, ਜੇ ਉਦਾਸ ਸਾਧੂਪਣੇ ਵਿੱਚ ਰਹੀਏ ਤਾਂ ਹੰਕਾਰ ਵੱਧ ਜਾਂਦਾ, ਮੇਰੇ ਵਰਗਾ ਕੋਈ ਸਾਧੂ ਨਹੀਂ। ਜੇ ਕਰਮ ਕਰੀਏ ਤਾਂ ਜੀ ਨੂੰ ਜੰਜਾਲ ਹੀ ਪੈ ਰਹਿੰਦੇ ਨੇ। ਹੁਣ ਮਹਾਰਾਜ ਉੱਤਰ ਦਿੰਦੇ ਨੇ, ਸੌਖਾ ਇਲਾਜ ਕਹਿੰਦੇ ਤੈਨੂੰ ਦੱਸ ਦਿੰਦੇ ਆ ਭਾਈ। ਪ੍ਰਭ ਕਿਰਪਾ ਤੇ ਮਨ ਵਸ ਆਇਆ, ਨਾਨਕ ਗੁਰਮੁਖ ਤਰੀ ਤਿਨ ਮਾਇਆ। ਕਹਿੰਦੇ ਭਾਈ ਗੁਰਮੁਖਾ ਵਾਹਿਗੁਰੂ ਦੀ ਕਿਰਪਾ ਕਰਕੇ ਜਿਹਦਾ ਮਨ ਵਸੀਕਾਰ ਹੋ ਗਿਆ ਨਾ ਮਹਾਰਾਜ ਦੀ ਕਿਰਪਾ ਨਾਲ, ਉਹਨਾਂ ਗੁਰਮੁਖਾਂ ਨੇ ਮਾਇਆ ਰੂਪ ਨਦੀ ਨੂੰ ਤਰ ਲਿਆ। ਗੱਲ ਕਿਰਪਾ ਦੀ ਹੈ, ਤੂੰ ਸਾਰੇ ਚੱਕਰ ਛੱਡ ਦੇ, ਚਰਨੀ ਪੈ ਜਾ ਮਹਾਰਾਜ ਦੇ। ਆਪਣੀਆਂ ਸਿਆਣਪਾਂ ਬੁੱਧੀਆਂ ਨਹੀਂ ਕੰਮ ਕਰਦੀਆਂ ਇੱਥੇ। ਆਪਾਂ ਜਿਹੜੇ ਸਿਆਣਪ ਨਾਲ ਚੱਲਾਂਗੇ, ਕਈ ਕੁਛ ਕਰਾਂਗੇ ਤਾਂ ਕਰਦੇ ਕਰਦੇ ਜ਼ਿੰਦਗੀ ਲੰਘ ਜਾਣੀ ਹੈ। ਚੁੱਪ ਕਰਕੇ ਚਰਨੀ ਪੈ ਜਾ ਕਿ ਮਹਾਰਾਜ ਉਹੀ ਬਖਸ਼ ਲਓ। ਸਤਿਗੁਰੂ ਤਾਂ ਚਾਹੁੰਦੇ ਹੀ ਨੇ। ਮਹਾਰਾਜ ਕਹਿੰਦੇ ਜਿਹੜੇ ਲੋਕ ਸਿਆਣਪਾਂ ਕਰਦੇ ਨੇ ਬਾਹਲੀਆਂ, ਉਹ ਸਿਆਣਪ ਨਾਲ ਹੀ ਡੁੱਬ ਜਾਂਦੇ ਨੇ। ਭਗਤ ਬਿਨਾ ਬਹੁਤ ਡੁੱਬੇ ਸਿਆਣੇ। ਬੜੇ ਲੋਕ ਸਹਿਜ ਸਿਆਣਪ ਪਵੈ ਨਾ ਤਾਓ, ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸੋ ਹੁਣ ਪ੍ਰਸ਼ਨ ਦਾ ਉੱਤਰ ਦਿੰਦਿਆਂ ਫਰਮਾਉਂਦੇ ਨੇ, ਫਿਰ ਮਹਾਰਾਜ ਤਰੀਏ ਕਿਵੇਂ, ਸ਼ਰਨ ਕਿਵੇਂ ਪਈਏ, ਸੌਖਾ ਤਰੀਕਾ ਦੱਸ ਦਿਓ ਕਲਯੁਗ 'ਚ। ਸਾਧ ਸੰਗ ਹਰ ਕੀਰਤਨ ਗਾਈਐ, ਇਹੋ ਸਥਾਨ ਗੁਰੂ ਤੇ ਪਾਈਐ ਰਹਾਉ ਦੂਜਾ। ਸਤਿਗੁਰੂ ਕਹਿੰਦੇ ਸਤਸੰਗ ਰੂਪੀ ਸਥਾਨ ਹੈ ਨਾ, ਜਿੱਥੇ ਵਾਹਿਗੁਰੂ ਦਾ ਕੀਰਤਨ ਗਾਇਨ ਕੀਤਾ ਜਾਂਦਾ। ਪਰ ਇਹ ਸਤਸੰਗ ਰੂਪੀ ਸਥਾਨ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਕੀਤਾ ਜਾਂਦਾ ਰਹਾਉ ਦੂਜਾ। ਐ ਤਾਂ ਬੜੇ ਨਕਲੀ ਗੁਰੂ ਬਣ ਕੇ ਸਤਸੰਗ ਆਪਣਾ ਬਣਾਈ ਬੈਠੇ ਆ, ਪਰ ਸਤਿਗੁਰੂ ਕਹਿੰਦੇ ਜੈ ਸਤਿਗੁਰ ਤੈ ਸਤਸੰਗਤ ਬਣਾਈ। ਐਦਾਂ ਤਾਂ ਕੋਈ ਇੱਕ ਬੰਦਾ ਗੁਰੂ ਬਣ ਕੇ ਬਹਿ ਜੂ ਵੀ ਆਹ ਸੰਗਤ ਹੈ, ਉਹ ਨਹੀਂ ਸੰਗਤ ਹੁੰਦੀ। ਜਿੱਥੇ ਸਿਰਫ ਸਤਿਗੁਰ ਹੈ ਉੱਥੇ ਹੀ ਸੰਗਤ ਹੈ। ਆਸਾ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਮਹਾਰਾਜ ਆਸਾ ਰਾਗ 'ਚ ਫਰਮਾਉਂਦੇ ਨੇ, ਘਰ ਮਹਿ ਸੂਖ ਬਾਹਰ ਫੁਨ ਸੂਖਾ, ਹਰ ਸਿਮਰਤ ਸਗਲ ਬਿਨਾਸੇ ਦੁਖਾ। ਹਰੀ ਦੇ ਸਿਮਰਨ ਕਰਕੇ ਦੇਖੋ ਘਰ ਵਿੱਚ ਵੀ ਸੁੱਖ ਹੈ, ਬਾਹਰ ਵਿੱਚ ਵੀ ਸੁੱਖ ਪ੍ਰਾਪਤ ਹੁੰਦਾ। ਜਿੱਥੇ ਮਰਜੀ ਜਾਈਏ, ਊਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲਾਗਾ ਜਾਇਸੇ ਬੁਝੀਆ। ਕਹਿੰਦੇ ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕਹਿ ਸੰਗ। ਕਿਉਂਕਿ ਹਰੀ ਦੇ ਸਿਮਰਨ ਨਾਲ ਸਾਰੇ ਹੀ ਦੁੱਖ ਨਾਸ ਹੋ ਜਾਂਦੇ ਨੇ। ਕੋਈ ਕਰੇ ਤਾਂ ਸਹੀ, ਕੋਈ ਕਰਦਾ ਹੀ ਨਹੀਂ। ਘੜੀ ਤੇ 5 ਮਿੰਟ ਦੇਖ ਕੇ ਵੀ ਕੋਈ ਵਾਹਿਗੁਰੂ ਨਹੀਂ ਕਹਿੰਦਾ ਅੱਜ ਕੱਲ੍ਹ। ਫਿਰ ਸੁੱਖ ਭਾਲਦੇ ਬਸ ਉਹੀ ਸੁੱਖ ਆ ਜੇ, ਬਸ ਉੜਦਾ ਉੜਦਾ ਹੀ ਸਾਡੇ ਘਰੇ ਡਿੱਗ ਪਿਆ ਆ ਕੇ। ਨਾ ਮੱਥਾ ਟੇਕਣਾ, ਨਾ ਕੋਈ ਬਾਣੀ ਪੜ੍ਹਨੀ, ਨਾ ਕੋਈ ਬਚਨ ਕਮਾਉਣਾ। ਉਹੀ ਸੁੱਖ ਲੱਭਦੇ ਆ ਥੋੜ੍ਹੇ ਜਿਹੇ ਮਾੜੇ ਜਿਹੇ ਪੈਸੇ, ਐਵੇਂ ਮੱਥਾ ਕਾਹਦੇ ਟੇਕਤੇ, ਬਸ ਇਹਦੇ ਨਾਲ ਸੁੱਖ ਆ ਜਾਂਦਾ ਕਿਤੇ। ਕਲਗੀਧਰ ਮਹਾਰਾਜ ਨੇ ਜੋ ਮਰਿਆਦਾ ਕਹੀ ਹੈ ਉਹਦੇ ਨਾਲ ਹੀ ਸਾਰਾ ਸੁੱਖ ਮਿਲਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਸਾਰੇ ਸੁੱਖ ਤੁਹਾਨੂੰ ਦਿੰਦੇ ਆ। ਸਗਲ ਸੂਖ ਜਾਂ ਤੂੰ ਚਿਤ ਆਵੈ, ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਉ। ਹੇ ਵਾਹਿਗੁਰੂ ਜਾਂ ਤੂੰ ਯਾਦ ਆਵੇਂ ਤਾਂ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਪਰ ਉਹੀ ਬੰਦਾ ਨਾਮ ਨੂੰ ਜਪਦਾ ਜਿਹੜਾ ਜਨ ਤੁਹਾਨੂੰ ਚੰਗਾ ਲੱਗਦਾ, ਭਾ ਜਾਂਦਾ। ਸਾਨੂੰ ਨਾਮ ਜਪਣਾ ਬਖਸ਼ੋ। ਇਹ ਚੀਜ਼ ਵੱਡੀ ਹੈ, ਦੁਨੀਆ ਨੂੰ ਇਹ ਸਮਝ ਨਹੀਂ ਹੈ ਇਸ ਗੱਲ ਦੀ। ਤੇ ਨਾਮ ਦੀ ਮੰਗ ਮੰਗੀ ਹੈ ਮਹਾਰਾਜ ਸੱਚੇ ਪਾਤਸ਼ਾਹ ਤੋਂ। ਵਿਸ਼ਰਾਮ ਦੇ ਕੇ ਫਰਮਾਉਂਦੇ ਅੱਗੇ 386 ਅੰਗ ਤੇ, ਤਨ ਮਨ ਸੀਤਲ ਜਪ ਨਾਮ ਤੇਰਾ,
ਹਰ ਹਰ ਜਪਤ ਢਾਹੈ ਦੁਖ ਡੇਰਾ। ਤੇਰਾ ਨਾਮ ਜਪਣ ਕਰਕੇ ਤਨ ਮਨ ਠੰਡਾ ਹੋ ਗਿਆ। ਵਾਹਿਗੁਰੂ ਵਾਹਿਗੁਰੂ ਨਾਮ ਜਪਦਿਆਂ ਹੀ ਦੁੱਖਾਂ ਦਾ ਜਿਹੜਾ ਡੇਰਾ ਸੀ ਅਗਿਆਨ ਉਹ ਢਹਿ ਗਿਆ ਹੈ। ਢੱਡੇ ਕਰਕੇ ਢਾਹੈ ਪਾਠ ਕਰਨਾ। ਹੁਕਮ ਬੂਝੈ ਸੋਈ ਪਰਵਾਨ, ਸਾਚ ਸ਼ਬਦ ਜਾ ਕਾ ਨੀਸਾਨ। ਹੁਣ ਜਿਹੜੇ ਪੁਰਸ਼ ਪਰਮੇਸ਼ਰ ਦਾ ਹੁਕਮ ਬੁਝਦਾ ਕੋਈ ਵੀ ਆ ਉਹ ਪ੍ਰਮਾਣਿਕ ਆ, ਉਹਨੂੰ ਪ੍ਰਵਾਨ ਹੈ। ਪਰ ਹੁਕਮ ਉਹੀ ਬੁਝਦਾ ਜਿਹਨੂੰ ਸੱਚਾ ਉਪਦੇਸ਼ ਰੂਪੀ ਪਰਵਾਨਾ ਮਿਲਦਾ। ਜੋ ਹੁਕਮ ਨੂੰ ਮੰਨਦਾ ਅਤੇ ਜਿਸ ਦਾ ਨਿਸ਼ਾਨਾ ਸੱਚਾ ਸ਼ਬਦ ਹੈ ਉਹੀ ਦਰਗਾਹ ਵਿੱਚ ਪ੍ਰਵਾਨਿਕ ਹੁੰਦਾ। ਗੁਰਪੂਰੈ ਹਰ ਨਾਮ ਦ੍ਰਿੜਾਇਆ, ਭੰਤ ਨਾਨਕ ਮੇਰਾ ਮਨ ਸੁਖ ਪਾਇਆ। ਜਿਸ ਵੇਲੇ ਪੂਰਿਆਂ ਗੁਰਾਂ ਨੇ ਮੈਨੂੰ ਹਰੀ ਨਾਮ ਦ੍ਰਿੜਾਇਆ ਨਾ, ਸਤਿਗੁਰੂ ਭਣਤ ਤੋਂ ਭਾਵ ਆਖਦੇ ਨੇ, ਉਚਾਰਦੇ ਨੇ, ਉਸ ਵੇਲੇ ਮੇਰੇ ਮਨ ਨੇ ਸੁਖ ਪ੍ਰਾਪਤ ਕੀਤਾ। ਆਸਾ ਮਹੱਲਾ ਪੰਜਵਾ। ਜਹਾਂ ਪਠਾਵਹੁ ਤਹਿ ਤਹਿ ਜਾਈ, ਜੋ ਤੁਮ ਦੇਹੋ ਸੋਈ ਸੁਖ ਪਾਈ। ਇੱਥੇ ਈੜੀ ਦੇ ਉੱਤੇ ਬਿਹਾਰੀ ਨਾਲ ਬਿੰਦੀ ਹੈ, ਜਾਈ ਪਾਈ ਅੱਖਰ ਹੈ। ਪਿੱਛੇ ਵੀ ਆਇਆ ਸੀਗਾ ਸਗਲ ਸੂਖ ਜਾਂ ਤੂੰ ਚਿੱਤ ਆਵੈ, ਉੱਥੇ ਐੜੇ ਦੇ ਉੱਤੇ ਬਿੰਦੀ ਫਿਰ ਵਾਵੇ ਉੱਤੇ ਬਿੰਦੀ ਹੈ, ਇਸ ਕਰਕੇ ਉਹ ਬਿੰਦੀਆਂ ਹੀ ਬੋਲਣੀਆਂ ਨੇ। ਕਹਿੰਦੇ ਇਹ ਵਾਹਿਗੁਰੂ ਜਿੱਥੇ ਜਿੱਥੇ ਆਪ ਭੇਜਦੇ ਹੋ ਉੱਥੇ ਉੱਥੇ ਹੀ ਮੈਂ ਜਾਂਦਾ। ਜੋ ਪਦਾਰਥ ਆਪ ਦਿੰਦੇ ਹੋ ਉਹੀ ਮੈਂ ਸੁਖਪੂਰਵਕ ਮੰਨ ਕੇ ਪ੍ਰਾਪਤ ਕਰਦਾ ਹਾਂ ਜੀ। ਸਦਾ ਤੇ ਚੇਰੇ ਗੋਵਿੰਦ ਗੋਸਾਈ, ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਓ। ਹੇ ਗੋਬਿੰਦ ਗੁਸਾਈ ਵਾਹਿਗੁਰੂ, ਅਸੀਂ ਹਮੇਸ਼ਾ ਹੀ ਆਪ ਦੇ ਚੇਲੇ ਹਾਂ ਜੀ, ਦਾਸ ਹੈ। ਆਪ ਦੀ ਕਿਰਪਾ ਨਾਲ ਤ੍ਰਿਪਤ ਹੋ ਕੇ ਰੱਜਦੇ ਹਾਂ। ਅਸੀਂ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤੁਮਰਾ ਦੀਆ ਪਹਿਨੋ ਖਾਈ, ਤੋ ਪ੍ਰਸਾਦ ਪ੍ਰਭ ਸੁਖੀ ਬਲਾਈ। ਤੇਰਾ ਦਿੱਤਾ ਹੋਇਆ ਵਸਤਰ ਪਹਿਨਦਾ ਹਾਂ, ਤੇਰਾ ਦਿੱਤਾ ਹੋਇਆ ਭੋਜਨ ਖਾਂਦਾ। ਹੇ ਵਾਹਿਗੁਰੂ, ਤੇਰੀ ਕਿਰਪਾ ਕਰਕੇ ਹੀ ਉਮਰ ਦਿਨਾਂ ਨੂੰ ਸੁਖ ਸਹਿਤ ਬਲਾਈ ਤੋਂ ਭਾਵ ਬਤੀਤ ਕਰ ਰਿਹਾ ਹਾਂ। ਮਨ ਤਨ ਅੰਤਰ ਤੁਝੈ ਧਿਆਈ, ਤੁਮਰੈ ਲਵੈ ਨ ਕੋ ਲਾਈ। ਹੇ ਵਾਹਿਗੁਰੂ, ਇਹ ਕਿਰਪਾ ਕਰਕੇ ਜੋ ਮਨ ਤਨ ਦੇ ਅੰਦਰ ਤੈਨੂੰ ਹੀ ਧਿਆਵਾਂ, ਇਹ ਸਾਡੇ ਉੱਤੇ ਕਿਰਪਾ ਕਰੋ ਆਪ। ਤੇਰੇ ਲਵੈ ਤੋਂ ਭਾਵ ਦਾ ਸਦਰਸ ਤੇਰੇ ਬਰਾਬਰ ਕਿਸੇ ਨੂੰ ਨਾ ਲਗਾਵਾਂ, ਨਾ ਤਾਂ ਕੋਈ ਚੀਜ਼ ਤੇਰੇ ਬਰਾਬਰ ਲੱਗਦੀ ਹੋਈ ਆ, ਨਾ ਕੋਈ ਲੱਗਦਾ, ਨਾ ਹੀ ਮੈਂ ਕਿਸੇ ਨੂੰ ਲਾ ਸਕਦਾ ਹਾਂ। ਕਹੋ ਨਾਨਕ ਨਿਤ ਇਵੈ ਧਿਆਈ, ਗਤ ਹੋਵੈ ਸੰਤਹਿ ਲੱਗ ਪਾਈ। ਇਹ ਸਾਰੇ ਸ਼ਬਦ 'ਚ ਬਿੰਦੀਆਂ ਹੀ ਨੇ ਉੱਪਰਲੇ ਪਾਸੇ। ਮਹਾਰਾਜ ਕਥਨ ਕਰਦੇ, ਪਰਮੇਸ਼ਰ ਕਿਰਪਾ ਕਰ ਜੋ ਮੈਂ ਹਰ ਰੋਜ਼ ਇਉਂ ਹੀ ਧਿਆਉਂਦਾ ਰਹਾਂ ਜਿਵੇਂ ਅੱਜ ਧਿਆਉਣਾ। ਤੇ ਇੱਕ ਕਿਰਪਾ ਕਰੋ ਸੰਤਾਂ ਦੇ ਚਰਨੀ ਲੱਗਣ ਕਰਕੇ ਮੇਰੀ ਕਲਿਆਣ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤੂੰ ਭਾਈ ਸੰਤਾਂ ਦੇ ਚਰਨੀ ਲੱਗ, ਤੈਨੂੰ ਕਲਿਆਣ ਦੇਣਗੇ, ਮੁਕਤੀ ਦੇਣਗੇ। ਸੰਤ ਕਿਵੇਂ ਬਣੇ? ਬਾਣੀ ਪੜ੍ਹ ਕੇ। ਪਹਿਲਾਂ ਉਹ ਵੀ ਸਧਾਰਨ ਮਨੁੱਖ ਸਨ ਕਿਸੇ ਜਨਮ ਵਿੱਚ, ਹੌਲੀ 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 ਭਗਤੀ ਕਰਦੇ ਕਰਦੇ ਉਹ ਵੀ ਮਹਾਤਮਾ ਬਣ ਗਏ। ਆਸਾ ਮਹੱਲਾ ਪੰਜਵਾ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇਹ ਭਾਈ ਉੱਠਦਿਆਂ ਬਹਿੰਦਿਆਂ ਅਤੇ ਸੁੱਤਿਆਂ ਹਰੀ ਨਾਮ ਧਿਆਈਏ। ਰਾਹ ਵਿੱਚ ਤੁਰੇ ਜਾਂਦਿਆਂ ਵੀ ਵਾਹਿਗੁਰੂ ਵਾਹਿਗੁਰੂ ਗਾਉਂਦੇ ਰਹੀਏ। ਸੋ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਗਏ ਸੀ ਹਜੂਰ ਸਾਹਿਬ ਨੂੰ, ਪੈਦਲ ਯਾਤਰਾ ਕੀਤੀ ਸੀ ਆਪ ਨੇ, ਤਾਂ ਬਾਬਾ ਜੀ ਫਿਰ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਿਨਾਮੇ ਅਕਾਮੇ ਕਦਮ ਕਦਮ ਤੇ ਕਰਦੇ ਜਾਂਦੇ ਸੀ। ਬਾਬਾ ਮਿੱਤ ਸਿੰਘ ਜੀ ਜਦੋਂ ਹਜੂਰ ਸਾਹਿਬ ਗਏ ਸੀ, ਉਹਨਾਂ ਨੇ ਵੀ ਗੋਬਿੰਦੇ ਮੁਕੰਦੇ ਦਾ ਜਾਪ ਕਦਮ ਕਦਮ ਤੇ ਕੀਤਾ ਸੀ। ਐਂ ਜਦੋਂ ਹਜੂਰ ਸਾਹਿਬ ਜਾਈਏ, ਪਟਨਾ ਸਾਹਿਬ ਜਾਈਏ, ਹੇਮਕੁੰਟ ਸਾਹਿਬ ਜਾਈਏ, ਹੁਣ ਵੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਜਾਂਦੀ ਜਿਹੜੀ, ਉਹਦੇ 'ਚ ਵੀ ਗੁਰਮੁਖ ਬਾਣੀ ਪੜ੍ਹਦੇ ਜਾਂਦੇ ਹੁੰਦੇ ਨੇ। ਕਹਿੰਦੇ ਨੇ ਤੁਰੇ ਜਾਂਦੇ ਰਾਹ ਦੇ ਵਿੱਚ ਗੱਲਾਂ ਨਾ ਕਰੋ ਭਾਈ, ਵਾਹਿਗੁਰੂ ਵਾਹਿਗੁਰੂ ਕਰੋ। ਸਰਵਨ ਸੁਨੀਜੈ ਅੰਮ੍ਰਿਤ ਕਥਾ, ਜਾਸ ਸੁਨੀ ਮਨ ਹੋਏ ਆਨੰਦਾ। ਦੁਖ ਰੋਗ ਮਨ ਸਗਲੇ ਲੱਥਾ ਰਹਾਉ। ਕਹਿੰਦੇ ਕੰਨਾਂ ਨਾਲ ਅੰਮ੍ਰਿਤ ਰੂਪ ਕਥਾ ਸੁਣਿਆ ਕਰੋ, ਜਿਸ ਕਥਾ ਦੇ ਸੁਣਨ ਕਰਕੇ ਮਨ ਵਿੱਚ ਆਨੰਦ ਹੁੰਦਾ ਅਤੇ ਦੁੱਖ ਰੋਗ ਵਗੈਰਾ ਸਾਰੇ ਮਨ ਚੋਂ ਲੈ ਜਾਂਦੇ। ਵਿਸ਼ਰਾਮ ਦੇ ਕੇ ਕਹਿੰਦੇ ਨੇ ਮਹਾਰਾਜ ਤਾਂ ਕਹਿੰਦੇ ਕਥਾ ਸੁਣਿਆ ਕਰੋ ਭਾਈ ਬਾਣੀ ਦੀ ਕੰਨਾਂ ਨਾਲ। ਆ ਕਈ ਆਪਣੇ ਆਪ ਹੀ ਮਨਮੁਖ ਜਿਹੜੇ ਕਹਿੰਦੇ ਕਥਾ ਸੁਣਨੀ ਨਹੀਂ ਚਾਹੀਦੀ। ਸੋ ਮਹਾਰਾਜ ਤੋਂ ਬੇਮੁਖ ਨੇ ਉਹ ਲੋਕ। ਕਾਰਜ ਕਾਮ ਬਾਟ ਘਾਟ ਜਪੀਜੈ, ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ?
ਮਹਾਰਾਜ ਫਰਮਾਉਂਦੇ ਨੇ, ਸੰਸਾਰ ਦੇ ਕਿਸੇ ਵੀ ਵੱਡੇ ਕਾਰਜ, ਵਿਆਹ ਆਦਿਕ ਸਮੇਂ ਤੇ, ਕਿਸੇ ਵਿਹਾਰ ਕੰਮਕਾਰ ਵਿੱਚ ਬਾਟ ਹੁੰਦਾ ਰਸਤਿਆਂ ਵਿੱਚ ਚੱਲਣ ਸਮੇਂ, ਤੇ ਘਾਟ ਹੁੰਦਾ ਨਦੀਆਂ ਦੇ ਕਿਨਾਰੇ ਤੇ, ਪਰ ਉਹ ਸਾਰੇ ਥਾਵਾਂ ਤੇ ਪਰਮੇਸ਼ਰ ਨੂੰ ਜ਼ਰੂਰ ਜਪੋ। ਸੋ ਕਵੀ ਸੰਤੋਖ ਸਿੰਘ ਜੀ ਨੇ ਜਿਵੇਂ ਲਿਖਿਆ, ਮਹਾਰਾਜ ਨੇ ਕਿਹਾ ਕਿ ਜਲੂਸ में जमाने में जहाज में पुल पार करबे को गुरु आदि में गुरु ग्रंथ जी को मनाइए। कोई भी काम करना, सड़क भी पार करनी आ, पुल पार करना, कोई होर भी काम करना, पहला महाराज अगे अरदास करो। भाव कोई मौका बने हर समय वाहिगुरू वाहिगुरू करया करो। गुरु साहब नूं घरों याद करके पहला, जे घरों भी तुरना, धन गुरु नानक साहब, धन गुरु गोबिंद सिंह महाराज, धन गुरु ग्रंथ साहिब महाराज, सच्चे पातशाह रस्ते वाध घाट दे सहाई होना, इउं याद करके गुरां नूं लैके चलीए। फिर सतगुरु महाराज सहाई हुंदे रस्ते 'च, वाध घाट दे सतगुरु सहाई हुंदे ने। इत्थे भी सतगुरु ने यही समझाया भी कोई काम है पहलां अरदास करो, नाम जपदे जाओ। जीव ईश्वर ਦੀ ਏਕਤਾ ਰੂਪੀ ਕਾਰਜ ਤੇ ਸ਼ੁਭ ਗੁਣਾਂ ਦੇ ਇਕੱਠੇ ਕਰਨੇ ਰੂਪ ਕੰਮ ਵੇਲੇ ਭਗਤੀ ਰੂਪੀ ਬਾਟ ਤੇ ਵਿਰਾਗ ਰੂਪੀ ਘਾਟ ਪੱਤਣ ਤੇ ਪਰਮੇਸ਼ਰ ਨੂੰ ਜਪਣਾ ਕਰੀਏ। ਗੁਰਾਂ ਦੀ ਕਿਰਪਾ ਨਾਲ ਹੀ ਹਰੀ ਨਾਮ ਅੰਮ੍ਰਿਤ ਨੂੰ ਪੀਣਾ ਕਰੀਏ। ਸੋ ਇਹ ਬਾਟ ਜਿਹੜਾ ਰਸਤਾ ਪੰਜਾਬੀ 'ਚ ਆਮ ਪਿੰਡਾਂ ਦੀ ਬੋਲੀ ਆ, ਬਾਟ ਰਾਹ ਨੂੰ ਕਹਿੰਦੇ ਨੇ। ਸੋ ਜਿਵੇਂ ਮਹਾਰਾਸ਼ਟਰ ਕਹਿੰਦੇ ਵਾਟ ਚਾਂਗਲੀ, ਅਸੀਂ ਕਿ ਇਹਦਾ ਮਤਲਬ ਕਹਿੰਦੇ ਇਹ ਜਿਹੜਾ ਵਾਟ ਰਸਤਾ ਹੈ ਚਾਂਗਲੀ ਭਾਵ ਚੰਗਾ ਹੈ, ਉੱਥੇ ਵੀ ਬਾਟ ਹੀ ਕਹਿੰਦੇ ਨੇ। ਦਿਨ ਸਰੈਨ ਹਰ ਕੀਰਤਨ ਗਾਈ ਐ, ਸੋ ਜਨ ਜਮ ਕੀ ਵਾਟ ਨਾ ਪਾਈ ਐ। ਜਿਹੜੇ ਪੁਰਸ਼ ਦਿਨ ਰਾਤ ਹਰੀ ਦੇ ਕੀਰਤਨ ਨੂੰ ਗਾਉਂਦੇ ਨੇ, ਉਹਦੇ ਜਸ ਨੂੰ ਗਾਈ ਜਾਂਦੇ ਨੇ, ਉਹ ਜੀਵ ਜਮਾਂ ਦੀ ਵਾਟ ਪੈਂਦੇ ਹੀ ਨਹੀਂ। ਉਹਨਾਂ ਨੂੰ ਦੂਰ ਰਹੀ ਜਨ ਤੇ ਉਹ ਬਾਟ, ਉਹ ਰੱਬ ਦੇ ਪਿਆਰਿਆਂ ਤੋਂ ਰਸਤਾ ਦੂਰ ਹੀ ਰਹਿ ਜਾਂਦਾ ਹੈ। ਆਠ ਪਹਿਰ ਜਿਸ ਵਿਸਰਹਿ ਨਾਹੀ, ਗਤ ਹੋਵੈ ਨਾਨਕ ਤਿਸ ਲਗ ਪਾਈ। ਜਿਹੜੇ ਇਨਸਾਨ ਰੱਬ ਦੇ ਪਿਆਰੇ ਗੁਰਮੁਖ ਪਿਆਰੇ ਮਹਾਂਪੁਰਖ ਨੇ, ਅੱਠੇ ਪਹਿਰ ਨਾਮ ਨੂੰ ਜਿਨ੍ਹਾਂ ਨੂੰ ਵਿਸਰਦਾ ਹੀ ਨਹੀਂ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਫਰਮਾਉਂਦੇ ਉਹਦੀ ਪਾਈ ਤੋਂ ਭਾਵ ਚਰਨੀ ਲੱਗਣ ਕਰਕੇ ਮੁਕਤੀ ਪ੍ਰਾਪਤ ਹੋ ਜਾਂਦੀ। ਭਾਈ ਗੁਰਮੁਖਾਂ ਦੇ ਕੋਲ ਬੈਠਿਆ ਕਰੋ। ਆਸਾ ਮਹੱਲਾ ਪੰਜਵਾ। ਜਾ ਕੈ ਸਿਮਰਨ ਸੂਖ ਨਿਵਾਸ, ਭਈ ਕਲਿਆਣ ਦੁੱਖ ਹੋਵਤ ਨਾਸ। ਜਿਸ ਪਰਮੇਸ਼ਰ ਦੇ ਸਿਮਰਨ ਕਰਕੇ ਸੁੱਖਾਂ 'ਚ ਨਿਵਾਸ ਹੁੰਦਾ, ਮੁਕਤੀ ਪ੍ਰਾਪਤ ਹੁੰਦੀ ਹੈ ਅਤੇ ਦੁੱਖ ਸਾਰੇ ਨਾਸ ਹੁੰਦੇ ਨੇ। ਅੰਧ ਕਰਹੁ ਪ੍ਰਭ ਕੇ ਗੁਣ ਗਾਵੋ, ਸਤਿਗੁਰ ਆਪਣਾ ਸਦ ਸਦਾ ਮਨਾਵਹੁ ਰਹਾਉ। ਕਹਿੰਦੇ ਭਾਈ ਵਾਹਿਗੁਰੂ ਦੇ ਗੁਣ ਗਾ ਕੇ ਆਨੰਦ ਲਿਆ ਕਰੋ। ਆਪਣੇ ਸਤਿਗੁਰਾਂ ਨੂੰ, ਆਪਣੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੇ ਸਤਿਗੁਰਾਂ ਨੂੰ ਸਦਾ ਸਦਾ ਮਨਾਓ, ਯਾਦ ਕਰੋ, ਗੁਰੂ ਨੂੰ ਧਿਆਓ। ਹਰੇਕ ਕੰਮ ਦੇ ਵਿੱਚ ਪਹਿਲਾਂ ਗੁਰੂ ਸਾਹਿਬ ਨੂੰ ਮਨਾਓ, ਮੰਨਣ ਕਰੋ ਗੁਰੂ ਸਾਹਿਬ ਦਾ, ਭਾਵ ਅਰਦਾਸ ਕਰੋ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਸਤਿਗੁਰ ਕਾ ਸੱਚ ਸ਼ਬਦ ਕਮਾਵੋ, ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ। ਕਹਿੰਦੇ ਜੀ ਗੁਰੂ ਸਾਹਿਬ ਨੂੰ ਮਨਾਈਏ ਕਿਵੇਂ? ਕਹਿੰਦੇ ਭਾਈ ਸਤਿਗੁਰਾਂ ਦਾ ਸੱਚਾ ਉਪਦੇਸ਼ ਕਮਾਓ। ਗੁਰੂ ਸਾਹਿਬ ਇਸ ਪਰ ਖੁਸ਼ ਹੁੰਦੇ ਨੇ ਬਹੁਤ, ਅਤੇ ਘਰ ਵਿੱਚ ਬੈਠਿਆਂ ਹੀ ਥਿਰ ਰੂਪ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਕਰੋ। ਇੱਕ ਇਹ ਯਾਦ ਰੱਖੋ ਹਮੇਸ਼ਾ, ਪਾਰ ਕਾ ਬੁਰਾ ਨ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਇੱਕ ਪਰਾਏ ਦਾ ਬੁਰਾ ਚਿੱਤ ਵਿੱਚ ਕਦੇ ਨਾ ਰੱਖਿਆ ਕਰੋ ਭਾਈ ਮਿੱਤਰੋ, ਤਾਂ ਤੁਹਾਨੂੰ ਕਦੇ ਦੁੱਖ ਨਹੀਂ ਲੱਗੇਗਾ। ਆਪਾਂ ਕਿਸੇ ਦਾ ਕਿਉਂ ਬੁਰਾ ਚਿੱਤ ਬਣਾ? ਜਿਹੜਾ ਕੋਈ ਬੁਰਾ ਚਿੱਤ ਵਧਾ, ਮਹਾਰਾਜ ਸੱਚੇ ਪਾਤਸ਼ਾਹ ਆਪੇ ਹੀ ਸਾਂਭ ਲੈਂਦੇ ਉਹਨੂੰ। ਹਰ ਹਰ ਤੰਤ ਮੰਤ ਗੁਰ ਦੀਨਾ, ਇਹੋ ਸੁਖ ਨਾਨਕ ਅੰਦਿਨ ਚੀਨਾ। ਸਾਨੂੰ ਤਾਂ ਸਤਿਗੁਰਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਹੀ ਤੰਤਰ ਦਿੱਤਾ, ਇਹੀ ਸਾਡਾ ਮੰਤਰ ਹੈ। ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ, ਮੂਲ ਮੰਤਰ ਪੜ੍ਹਨਾ, ਗੋਬਿੰਦੇ ਮੁਕੰਦੇ ਸਭ ਕੁਝ, ਇਹ ਸਭ ਕੁਝ ਦਿੱਤਾ ਤਾਂ ਹੋਇਆ। ਮਹਾਰਾਜ ਕਥਨ ਕਰਦੇ, ਨਾਮ ਨੂੰ ਅਸੀਂ ਰਾਤ ਦਿਨੇ ਸੁਖ ਸਰੂਪ ਜਾਣਿਆ, ਹੋਰ ਸਾਨੂੰ ਕੋਈ ਲੋੜ ਨਹੀਂ। ਇਹੀ ਮੰਤਰ ਜੰਤਰ ਤੰਤਰ। ਜਦ ਮਹਾਰਾਜ 10ਵੇਂ ਪਾਤਸ਼ਾਹ ਬੁਰਹਾਨਪੁਰ ਪਹੁੰਚੇ, ਸੋ ਉੱਥੇ ਦਾਦੂ ਦੁਆਰੇ ਵਾਲਾ ਮਹੰਤ ਵੀ ਬੈਠਾ ਸੀ, ਜੈਤ ਰਾਮ। ਸੋ ਕਹਿਣ ਲੱਗਿਆ, ਮਹਾਰਾਜ ਹੁਣ ਕਿੱਧਰ ਨੂੰ ਤਿਆਰੇ? ਮਹਾਰਾਜ ਕਹਿਣ ਲੱਗੇ, ਇੱਧਰ ਅਸੀਂ ਨੰਦੇੜ ਜਾਣਾ। ਕਹਿੰਦੇ ਮਹਾਰਾਜ ਬੇਨਤੀ ਕਰਾਂ? ਕਹਿੰਦੇ ਹਾਂ। ਕਹਿੰਦੇ ਉੱਥੇ ਨਾ ਜਾਇਓ। ਕਹਿੰਦੇ ਕਿਉਂ? ਪਹਿਲੀ ਵਾਰ ਮਹਾਰਾਜ ਉੱਥੇ ਚੱਲੇ ਸੀ ਜਦੋਂ। ਕਹਿੰਦਾ ਉੱਥੇ ਇੱਕ ਬਰਾਗੀ ਸਾਧੂ ਰਹਿੰਦਾ। ਕਹਿੰਦਾ ਮੈਂ ਵੀ ਗਿਆ ਸੀ
ਪਹਿਲਾਂ ਤਾਂ ਬੜੇ ਪਿਆਰ ਨਾਲ ਮੈਨੂੰ ਮੰਜੇ ਤੇ ਬਿਠਾ ਲਿਆ ਪਲੰਘ ਤੇ, ਫਿਰ ਪਲੰਘ ਉਲਟਾਤਾ, ਮੇਰੀ ਬੜੀ ਬੇਇੱਜ਼ਤੀ ਹੋਈ ਉੱਥੇ। ਕਹਿੰਦਾ ਉਹਦੇ ਕੋਲ ਇੰਨੇ ਮੰਤਰ ਨੇ, ਜੰਤਰ ਨੇ, ਤੰਤਰ ਨੇ, ਉਹਦੇ ਕੋਲ ਇੱਕ ਕਾਪੀ ਆ, ਉਹਦੇ ਗੁਰੂ ਨੇ ਜੋ ਕੁਝ ਲਿਖਾਇਆ ਉਹਨੂੰ 'ਚ ਲਿਖਿਆ ਸਿੱਧ ਕੀਤੇ 52 ਵੀਰ ਉਹ ਪਤਾ 64 ਜੋਗਣੀਆਂ ਕਿੰਨੀਆਂ ਸ਼ਕਤੀਆਂ ਦਾ ਮਾਲਕ। ਤੁਸੀਂ ਉੱਥੇ ਨਾ ਜਾਇਓ, ਮੇਰੀ ਬੇਨਤੀ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹੀ ਕਿਹਾ, ਕਹਿੰਦੇ ਮੇਰੇ ਕੋਲ ਸਾਰੇ ਮੰਤਰਾਂ ਦਾ ਮੰਤਰ, ਸ਼੍ਰੋਮਣੀ ਮੰਤਰਾਂ ਦਾ ਵੀ ਬਾਪ ਹੈ ਸਭ ਦਾ। ਕਹਿੰਦੇ ਮਹਾਰਾਜ ਉਹ ਕਿਹੜਾ? ਸਤਿਗੁਰੂ ਕਹਿੰਦੇ ਵਾਹਿਗੁਰੂ, ਇਹ ਸਾਰੇ ਮੰਤਰਾਂ ਦਾ ਸ਼੍ਰੋਮਣੀ ਮੰਤਰ ਹੈ। ਕਹਿੰਦੇ ਕੁਛ ਨਹੀਂ ਹੁੰਦਾ, ਤੂੰ ਦੇਖੀ ਚੱਲ। ਫਿਰ ਸਤਿਗੁਰੂ ਮਹਾਰਾਜ ਜਦੋਂ ਉੱਥੇ ਪਹੁੰਚੇ ਤਾਂ ਬੰਦਾ ਫਿਰ ਚਰਨੀ ਪੈ ਗਿਆ ਸੀ ਆ ਕੇ, ਕੋਈ ਪਲੰਘ ਨਹੀਂ ਉਲਟਾ ਸਕਿਆ ਮਹਾਰਾਜ ਸੱਚੇ ਪਾਤਸ਼ਾਹ ਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਨੇ ਕਿ ਇਹ ਜਿਹੜਾ ਨਾ, ਇਹ ਨਾਮ ਨੂੰ ਅਸੀਂ ਰਾਤ ਦਿਨੇ ਸੁਖ ਸਰੂਪ ਜਾਣਿਆ। ਜੰਤਰ ਮੰਤਰ ਤੰਤਰ ਇਹੀ, ਨਮੋ ਮੰਤਰ ਮੰਤਰੇ, ਨਮੋ ਜੰਤਰ ਜੰਤਰੇ, ਨਮੋ ਤੰਤਰ ਤੰਤਰੇ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੇ, ਸਭ ਕੁਝ ਉਹੀ ਆ। ਆਸਾ ਮਹੱਲਾ ਪੰਜਵਾ। ਆਸਾ ਰਾਗ 'ਚ ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਾਹੁ ਕੁੰਟ ਮਾਨੈ। ਜਿਹੜਾ ਕੋਈ ਨੀਵੀਂ ਜਾਤੀ ਵਾਲੇ ਪੁਰਸ਼ ਨੂੰ ਕੋਈ ਵੀ ਨਹੀਂ ਜਾਣਦਾ। ਦਿਨੇ ਵੀ ਦੁਪਹਿਰੇ ਕਥਾ 'ਚ ਆਇਆ ਸੀ, ਮਹਾਰਾਜ ਕਹਿੰਦੇ ਜਿਹੜਾ ਕਹਿੰਦੇ ਮੈਨੂੰ ਕੋਈ ਜਾਣਦਾ ਹੀ ਨਹੀਂ, ਕਹਿੰਦੇ ਤੈਨੂੰ ਸਭ ਜਾਣਨ ਲੱਗ ਜਾਣਗੇ। ਹਰੀ ਨਾਮ ਜਪਣ ਕਰਕੇ ਉਹ ਚਾਰੇ ਦਿਸ਼ਾ 'ਚ ਮਾਨਨੀय ਹੋ ਜਾਂਦਾ, ਸਤਿਕਾਰਯੋਗ ਹੋ ਜਾਂਦਾ। ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਸਵਾੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਸ਼ਰਮ ਕਰਤੇ ਦਮ ਆੜ ਕਉ ਤੇ ਗਣਿਤ ਨੀਤਾ। ਦਰਸ਼ਨ ਮੰਗਉ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਓ। ਹੇ ਪਿਆਰੇ ਵਾਹਿਗੁਰੂ, ਮੈਂ ਆਪ ਜੀ ਦੇ ਦਰਸ਼ਨ ਕਰਨਾ ਮੰਗਦਾ ਜੀ, ਉਹ ਮੈਨੂੰ ਦਰਸ਼ਨ ਦੇਣਾ ਕਰੋ। ਆਪ ਦੀ ਸੇਵਾ ਕਰਕੇ ਜਿਹੜਾ ਕਿਸ ਕਿਸ ਨੂੰ ਨਹੀਂ ਤਾਰਦੀ, ਆਪ ਦੀ ਸੇਵਾ ਸਭ ਨੂੰ ਤਾਰਦੀ ਹੈ, ਮੈਨੂੰ ਦਰਸ਼ਨ ਵੀ ਬਖਸ਼ਿਸ਼ ਕਰੋ। ਸੋ ਭਾਵੇਂ ਆਪਾਂ ਲਾਇਕ ਨਹੀਂ ਗਏ, ਪਰ ਬੇਨਤੀ ਕਰੀ ਜਾਓ। ਸੋ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਨੇ, ਅੱਗੇ ਉਹਨਾਂ ਦੀ ਮਰਜ਼ੀ ਹੈ। ਸੱਚੇ ਪਾਤਸ਼ਾਹ ਦੀ ਮਹਾਰਾਜ ਕਹਿੰਦੇ ਕੋਈ ਦਾਅਵਾ ਨਹੀਂ ਕਰ ਸਕਦਾ ਦਰਸ਼ਨਾਂ ਦਾ ਵੀ ਮੈਂ ਦਰਸ਼ਨ ਕਰਨੇ ਹੀ ਕਰਨੇ, ਨਹੀਂ, ਉਹਨਾਂ ਦੀ ਰਜਾ 'ਚ ਛੱਡ ਦਿਓ। ਆਪਣੀ ਬੇਨਤੀ ਹੋਈ ਹੈ, ਜਦ ਤੁਹਾਨੂੰ ਭਾਵੇ ਜੇ ਗਰੀਬ ਨੂੰ ਦਰਸ਼ਨ ਦੇ ਦਿਓ। ਆਪਦੀ ਖੁਸ਼ੀ ਨਾਲ ਮਹਾਰਾਜ ਝਲਕਾਰਾ ਮਾਰ ਜਾਣ, ਆਪਦੀ ਕਿਰਪਾ ਕਰ ਦੇਣ, ਇਹ ਉਹਨਾਂ ਦੀ ਆਪਣੀ ਖੁਸ਼ੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਾ ਕੈ ਨਿਕਟ ਨ ਆਵੈ ਕੋਈ, ਸਗਲ ਸ੍ਰੇਸ਼ਟ ਵਾ ਕੇ ਚਰਨ ਮਲ ਧੋਈ। ਜਿਹਦੇ ਕੋਲ ਕੋਈ ਵੀ ਨਹੀਂ ਆਉਂਦਾ ਨਾ, ਨਾਮ ਜਪਣ ਕਰਕੇ ਸਾਰੀ ਦੁਨੀਆ ਉਹਦੇ ਚਰਨ ਮਲ ਮਲ ਕੇ ਧੋਣ ਲੱਗ ਪੈਂਦੀ ਹੈ। ਇਹ ਤਾਂ ਭਾਈ ਹੁਣ ਮਹਾਂਪੁਰਖ ਬਣ ਗਿਆ। ਜੋ ਪ੍ਰਾਨੀ ਕਾਹੂ ਨ ਆਵਤ ਕਾਮ, ਸੰਤ ਪ੍ਰਸਾਦ ਤਾਕੋ ਜਪੀਐ ਨਾਮ। ਜਿਹੜਾ ਬੰਦਾ ਕਿਸੇ ਵੀ ਕੰਮ ਨਹੀਂ ਆਉਂਦਾ, ਸੰਤਾਂ ਦੀ ਕਿਰਪਾ ਕਰਕੇ ਉਹਦਾ ਨਾਮ ਲੋਕ ਜਪਣ ਲੱਗ ਜਾਂਦੇ ਨੇ। ਜਿਹੜਾ ਬਿਲਕੁਲ ਨਿਕੰਮਾ, ਜਿਵੇਂ ਪ੍ਰੇਮਾ ਕੋਹੜੀ ਸੀ, ਤੀਜੇ ਪਾਤਸ਼ਾਹ ਮਹਾਰਾਜ ਨੇ ਜਦੋਂ ਕਿਹਾ ਇਹਨੂੰ ਸਾਡੇ ਚਵੱਚੇ 'ਚ ਰੱਖੋ, ਉੱਥੇ ਇਸ਼ਨਾਨ ਕਰਾਓ, ਜਿੱਥੇ ਨਹਾ ਕੇ ਮਹਾਰਾਜ ਜਲ ਜਾਂਦਾ ਸੀ, ਐਨ ਸੁੰਦਰ ਸਰੂਪ ਹੋ ਗਿਆ। ਉਸ ਵਕਤ ਸੰਗਤ ਕਹਿੰਦੀ ਮਹਾਰਾਜ ਇਹ ਤਾਂ ਲਾੜੇ ਵਰਗਾ ਲੱਗਦਾ। ਕਹਿੰਦੇ ਚਲੋ ਆਪਣੀ ਕੁੜੀ ਲਿਆਓ, ਕੋਈ ਇਹਦੇ ਨਾਲ ਵਿਆਹ ਵੀ ਕਰ ਦਈਏ। ਸੋ ਸੀਹਾਂ ਉੱਪਲ ਸੀ ਸਿੱਖ ਬੈਠਾ, ਕਹਿੰਦਾ ਮਹਾਰਾਜ ਮੇਰੀ ਲੜਕੀ ਹਾਜ਼ਰ ਹੈ, ਪਰ ਕਰ ਦਿਓ ਵਿਆਹ ਜਲਦੀ, ਕਿਉਂਕਿ ਮੇਰੇ ਘਰ ਵਾਲੀ ਲੰਗਰ 'ਚ ਰੋਟੀਆਂ ਪਕਾ ਰਹੀ, ਜੇ ਉਹ ਆ ਗਈ ਉਹਨੇ ਨਹੀਂ ਕਰਨ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਮਣੇ ਬਿਠਾ ਕੇ ਦੋਨਾਂ ਦਾ ਵਿਆਹ ਕਰਤਾ। ਸੋ ਇੰਨੇ ਨੂੰ ਉਹ ਆ ਗਈ, ਰੌਲਾ ਪਾਉਂਦੀ, ਕਿਸੇ ਨੇ ਦੱਸਤਾ, ਕਹਿੰਦੀ ਮਹਾਰਾਜ ਇਹ ਕੋਹੜੀ ਨਾਲ ਵਿਆਹ ਤੀ, ਕਹਿੰਦੇ ਦੇਖ ਸਰੂਪ ਦੇਖ ਕਿੱਡਾ ਸੋਹਣਾ, ਸੋਨੇ ਵਰਗਾ ਕਿ ਨਹੀਂ, ਰਾਜਕੁਮਾਰ ਬੈਠਾ। ਮਹਾਰਾਜ ਕਹੇ ਚਲੋ ਉਹ ਤਾਂ ਮੰਨਦੀ ਆ, ਨਾ ਘਰ ਨਾ ਘਾਟ, ਖਾਊਗਾ ਕਿੱਥੋਂ, ਇਹ ਕੀ ਖਵਾਊ ਮੇਰੀ ਕੁੜੀ ਨੂੰ। ਮਹਾਰਾਜ ਕਹਿੰਦੇ ਅੱਜ ਤੋਂ ਅਸੀਂ ਤੇਰੀ ਕੁੜੀ ਦਾ ਨਾਮ ਮਥੋ ਰੱਖਦੇ ਹਾਂ, ਇਹਦਾ ਨਾਮ ਮੁਰਾਰੀ ਰੱਖਦੇ ਹਾਂ, ਪ੍ਰੇਮੇ ਦਾ। ਜਿਹੜਾ ਸਿੱਖ ਮਥੋ ਮੁਰਾਰੀ ਦਾ ਜਾਪ ਕਰੂ ਉਹ ਭਵਜਲ ਤਰ ਜੂਗਾ। ਜਾਂ ਉਹਨੂੰ ਸੱਚਖੰਡ ਥਾਂ ਮਿਲੋ ਮਥੋ ਮੁਰਾਰੀ ਦੇ ਜਾਪ ਨਾਲ ਹੀ। ਮਹਾਰਾਜ ਸੱਚੇ ਪਾਤਸ਼ਾਹ ਦਾ ਜਾਪ ਕਰਵਾ ਦਿੰਦੇ ਬੰਦੇ ਦਾ। ਕਹਿੰਦੇ ਆਪਣੇ ਪਿਆਰਿਆਂ ਦਾ, ਜਿਵੇਂ 6ਵੇਂ ਪਾਤਸ਼ਾਹ ਨੇ ਕਿਹਾ ਸੀ, ਜਿਹੜਾ ਭਾਈ ਵਿਧੀ ਚੰਦ ਨੂੰ ਦੇ ਦਰਸ਼ਨ ਕਰੂ ਮੇਰੇ ਦਰਸ਼ਨ ਕਰੂ। ਬਾਬਾ ਬੁੱਢਾ ਜੀ ਨੂੰ ਮਹਾਰਾਜ ਨੇ ਵਰ ਦਿੱਤਾ ਸੀ। ਇਸ ਪ੍ਰਕਾਰ ਸਾਰੇ ਗੁਰਸਿੱਖਾਂ ਤੇ ਕਿਰਪਾ ਕਰਦੇ ਆ। ਕਹਿੰਦੇ ਆਪਣੇ ਪਿਆਰਿਆਂ ਦਾ ਵੀ ਨਾਮ ਜਪਣ ਲਾਦੇ ਦੁਨੀਆ ਦੇ ਵਿੱਚ। ਸਾਧ ਸੰਗ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮੀਠੇ ਲਾਗੇ। ਸਤ ਸੰਗਤ ਦੇ ਕਰਨ ਨਾਲ ਜਨ ਮਨ ਵਿੱਚ ਜਿਹੜੀ ਵਿਦਿਆ ਨੀਂਦ ਸੀ ਆਈ ਹੋਈ, ਉਹਦੇ 'ਚ ਸੁੱਤਾ ਪਿਆ ਸੀ। ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਈ ਨਾ,
ਮਹਾਰਾਜ ਕੋਲ ਗਏ, ਸਤਿਗੁਰੂ ਨੇ ਗਿਆਨ ਜਾਗਰਤ ਅਵਸਥਾ ਵਿੱਚ ਉਸ ਵਕਤ ਜਗਾ ਦਿੱਤਾ। ਉਦੋਂ ਵਾਹਿਗੁਰੂ ਜੀ ਜੇ ਮਨ ਵਿੱਚ ਪਿਆਰੇ ਲੱਗੇ ਬੜੇ, ਤਾਂ ਵਾਹਿਗੁਰੂ ਦੇ ਨਾਮ ਵਿੱਚ ਗੁਣ ਗਾਉਣ ਕਰਕੇ ਮਨ ਵਿੱਚ ਪਿਆਰੇ ਲੱਗੇ ਸੱਚੇ ਪਾਤਸ਼ਾਹ। ਪਿਆਰੇ ਲੱਗਣ ਕਰਕੇ ਸਤਿਗੁਰੂ ਨੂੰ ਭਾ ਗਏ, ਅਕਾਲ ਪੁਰਖ ਨੂੰ ਭਾ ਗਏ। ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਮਹਾਰਾਜ ਜਿਵੇਂ ਫਰਮਾਉਂਦੇ ਨੇ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਮੀਠਾ ਹੁੰਦਾ ਪਿਆਰਾ, ਪ੍ਰਭੂ ਦਾ ਨਾਮ ਆਪੇ ਪਿਆਰਾ ਲੱਗਣ ਲੱਗ ਜਾਂਦਾ। ਜਦੋਂ ਪਤਾ ਸਾਰੀ ਦੁਨੀਆ ਕੂੜ ਕਬਾੜ ਹੈ, ਫਿਰ ਨਾਮ ਆਪੇ ਚੰਗਾ ਲੱਗਦਾ। ਆਸਾ ਮਹੱਲਾ ਪੰਜਵਾ, ਏਕੋ ਏਕੀ ਨੈਣ ਨਿਹਾਰੋ, ਸਦਾ ਸਦਾ ਹਰ ਨਾਮ ਸਮਾਰੋ। ਇਹ ਭਾਈ ਇੱਕੋ ਇੱਕ ਵਾਹਿਗੁਰੂ ਨੂੰ ਅੱਖਾਂ ਨਾਲ ਨਿਹਾਰੋ ਤੋਂ ਭਾਵ ਵੇਖਣਾ ਕਰੋ, ਅਤੇ ਸਦਾ ਸਦਾ ਵਾਹਿਗੁਰੂ ਨਾਮ ਯਾਦ ਕਰੋ। ਆ ਜਿੰਨੇ ਦਰਖਤ ਦੀਂਦੇ ਨੇ, ਇਹਨਾਂ ਜਿਹੜੀ ਹਰਿਆਲੀ ਹੈ, ਇਹ ਉਹਦੀ ਜੋਤ ਨਾਲ ਹੀ ਹੈ, ਇਹ ਨਾਮ ਹੀ ਹੈ। ਪੰਛੀ ਹੈ, ਇਹ ਵੀ ਸਭ ਉਹਦੀ ਜੋਤ ਨਾਲ ਹੀ ਹੈ। ਬੰਦੇ ਉਹਦੀ ਜੋਤ ਨਾਲ ਹੀ ਹੈ। ਬ੍ਰਹਿਮੰਡ ਹੈ, ਸਭ ਉਹਦੀ ਜੋਤ ਹੈ। ਤਾਰਿਆਂ 'ਚ ਉਹਦੀ ਜੋਤ ਦੇਖੋ। ਜਿਹੜੀ ਹਵਾ ਚੱਲਦੀ ਹੈ, ਇਹ ਵੀ ਉਹੀ ਹੈ। ਇਸੇ ਪ੍ਰਕਾਰ ਆ ਜਿਹੜਾ ਪਾਣੀ ਹੈ, ਇਹ ਕਿੱਧਰੋਂ ਆ ਗਿਆ? ਸਤਿਗੁਰੂ ਜੀ ਕਹਿੰਦੇ ਕਿਸੇ ਚੀਜ਼ ਆਪਣੇ ਆਪ ਕੋਈ ਸੱਤਾ ਨਹੀਂ, ਸਭ ਉਹਦੀ ਸੱਤਾ ਦੇਖੋ। 387 ਅੰਗ ਤੇ ਫਰਮਾਉਂਦੇ ਨੇ, ਰਾਮ ਰਾਮਾ ਰਾਮਾ ਗੁਣ ਗਾਵੋ। ਰਾਮਾ ਤੋਂ ਭਾਵ ਹੈ ਭਾਈ ਰਾਮ ਜੋ ਉਚਾਰਨੇ ਯੋਗ ਹਨ, ਉਹਦੇ ਗੁਣ ਗਾਇਨ ਕਰਿਆ ਕਰੋ। ਸੰਤ ਪ੍ਰਤਾਪ ਸਾਧਕੈ ਸੰਗੇ, ਹਰ ਹਰ ਨਾਮ ਧਿਆਵੋ ਰੇ ਰਹਾਓ। ਪ੍ਰਤਾਪ ਵਾਲੇ ਜੋ ਸੰਤ ਨੇ ਨਾ, ਤਾਪਾਂ ਤੋਂ ਪਰੇ ਜੋ ਸੰਤ ਨੇ, ਉਹਨਾਂ ਸੰਤਾਂ ਨਾਲ ਮਿਲਣ ਕਰਕੇ ਭਾਈ ਵਾਹਿਗੁਰੂ ਵਾਹਿਗੁਰੂ ਨਾਮ ਧਿਆਇਆ ਕਰੋ। ਸਗਲ ਸਮਗਰੀ ਜਾ ਕੈ ਸੂਤ ਪਰੋਈ, ਘਟ ਘਟ ਅੰਤਰ ਰਵਿਆ ਸੋਈ। ਜਗਤ ਰੂਪੀ ਸਾਰੀ ਸਮਗਰੀ ਜਿਹਦੇ ਹੁਕਮ ਰੂਪੀ ਸੂਤਰ 'ਚ ਪਰੋਤੀ ਪਈ ਹੈ, ਉਹ ਪਰਮਾਤਮਾ ਸਾਰਿਆਂ ਹਿਰਦਿਆਂ ਦੇ ਅੰਦਰ ਵਿਆਪਕ ਹੈ। ਉਹ ਪੁੱਤ ਪਰਲੋਂ ਖਿਨ ਮਹਿ ਕਰਤਾ, ਆਪ ਅਲੇਪਾ ਨਿਰਗੁਣ ਰਹਿਤਾ। ਉਹ ਪਰਮੇਸ਼ਰ ਇੱਕ ਖਿਨ ਵਿੱਚ ਜਗਤ ਦੀ ਉਤਪਤੀ ਤੇ ਪਰਲੋਂ ਕਰਦਾ, ਪਰ ਉਹ ਨਿਰਗੁਣ ਬ੍ਰਹਮ ਆਪ ਸਦਾ ਹੀ ਨਿਰਲੇਪ ਰਹਿੰਦਾ। ਕਰਨ ਕਰਾਵਨ ਅੰਤਰ ਜਾਮੀ, ਆਨੰਦ ਕਰੈ ਨਾਨਕ ਕਾ ਸੁਆਮੀ। ਉਹ ਅੰਤਰਜਾਮੀ ਵਾਹਿਗੁਰੂ ਸਭ ਵਾਰਤਾ ਦੇ ਕਰਨ ਕਰਾਉਣ ਵਾਲਾ। ਮਹਾਰਾਜ ਕਥਨ ਕਰਦੇ, ਮੈਂ ਦਾਸ ਦਾ ਸੁਆਮੀ ਪਰਮੇਸ਼ਰ ਆਪ ਹੀ ਸਾਰੇ ਆਨੰਦ ਕਰ ਰਿਹਾ ਬੈਠਾ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਸਭ ਸਰੀਰਾਂ 'ਚ ਆਪ ਬੈਠਾ। ਆਸਾ ਮਹੱਲਾ ਪੰਜਵਾ। ਆਸਾ ਰਾਗ 'ਚ ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਕੋਟ ਜਨਮ ਕੇ ਰਹੇ ਭਵਾਰੇ, ਦੁਲੱਭ ਦੇਹ ਜੀਤੀ ਨਹੀਂ ਹਾਰੇ। ਕਰੋੜਾਂ ਜਨਮਾਂ ਦੇ ਭਾਵ 84 ਲੱਖ ਚੂਨਾਂ ਦੇ ਭਵਾਰੇ ਜਿਹੜੇ ਫੇਰਿਆਂ ਵੱਲੋਂ ਰਹਿ ਗਏ ਆ। ਕਿਉਂ? ਮਨੁੱਖਾਂ ਦੇ ਜੋ ਪ੍ਰਾਪਤ ਹੋਈ ਬੜੀ ਦੁਰਲੱਭ ਹੈ। ਉਹ ਸਿਮਰਨ ਕਰਕੇ ਜਿੱਤ ਲਈ ਸੰਸਾਰ ਰੂਪ ਜੂਏ 'ਚ ਹੁਣ ਅਸੀਂ ਹਾਰੇ ਨਹੀਂ ਆ। ਕੀਲ ਵੇਖੇ ਬਿਨਾਸੇ ਦੁੱਖ ਦਰਦ ਦੂਰ, ਭਏ ਪੁਨੀਤ ਸੰਤਨ ਕੀ ਧੂਰ ਰਹਾਓ। ਸੰਤਾਂ ਦੀ ਚਰਨ ਧੂੜ ਲੈਣ ਕਰਕੇ ਅੰਤਹਿਕਰਨ ਦੇ ਸਭ ਇੰਦਰੀਏ ਪਵਿੱਤਰ ਹੋ ਗਏ ਆ। ਕਿਉਂਕਿ ਸਾਰੇ ਜਿਹੜੇ ਕਿਲ ਵਿਖ ਬਿਨਾਸੇ ਪਾਪ ਸੀ ਮੇਰੇ, ਉਹ ਨਾਸ ਹੋ ਗਏ, ਅਤੇ ਦੁੱਖ ਜਿਹੜਾ ਸੀਗਾ ਸਰੀਰ ਦੇ ਅੰਦਰ, ਦੁੱਖ ਚੰਨ ਦਰਦ ਵੀ ਦੂਰ ਹੋ ਗਿਆ ਸਾਰਾ। ਵਾਹਿਗੁਰੂ ਦੀ ਕਿਰਪਾ ਹੋ ਗਈ। ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਫਿਰ ਤਾਂ ਬਹੁਤ ਸੌਖਾ ਕੰਮ ਹੋ ਜਾਂਦਾ ਉਹਨਾਂ ਵਾਸਤੇ। ਰੱਬ ਦੇ ਪਿਆਰੇ ਸਿਰਫ ਦੇਖਣ ਮਾਤਰ ਹੀ ਸਭ ਕੱਟ ਦਿੰਦੇ ਨੇ, ਇੰਨੀ ਬਖਸ਼ਿਸ਼ ਹੁੰਦੀ ਉਹਨਾਂ ਦੇ ਵਿੱਚ। ਪ੍ਰਭ ਕੇ ਸੰਤ ਉਦਾਹਰਨ ਜੋਗ, ਤਿਸ ਭੇਟੇ ਜਿਸ ਤੁਰ ਸੰਜੋਗ। ਪਰਮਾਤਮਾ ਦੇ ਜੋ ਸੰਤ ਨੇ ਉਹ ਜੀਵਾਂ ਦੇ ਤਾਰਨੇ ਯੋਗ ਨੇ। ਇੱਥੇ ਧਿਆਨ ਰੱਖਣਾ, ਪਰਮਾਤਮਾ ਦੇ ਸੰਤ ਕਿਹਾ। ਸੰਤ ਕਈ ਪ੍ਰਕਾਰ ਦੇ ਹੁੰਦੇ, ਸੰਤ ਸਮੂਹ ਅਨੇਕ ਮਤੀ ਕੇ, ਕੋਈ ਕਿਹਾ ਜਾ ਕੋਈ ਕਿਹਾ ਜਾ। ਪਰ ਸੰਤ ਤਿਸ ਨੂੰ ਮਿਲਦੇ ਨੇ ਜਿਹਦਾ ਧੁਰੋਂ ਹੀ ਸ੍ਰੇਸ਼ਟ ਕਰਮਾਂ ਨਾਲ, ਸੰਤਾਂ ਨਾਲ ਹੀ ਸੰਯੋਗ ਪਰਮਾਤਮਾ ਨੇ ਹੀ ਲਿਖਿਆ ਹੋਵੇ। ਮਹਾਤਮਾ ਵੀ ਮਿਲਦੇ ਨਹੀਂ ਕਿਸੇ ਨੂੰ। ਨਹੀਂ ਤਾਂ ਜੇ ਕਰਮਾਂ 'ਚ ਨਹੀਂ ਮਹਾਤਮਾ ਦੀ ਸੰਗਤ ਲਿਖੀ, ਬੰਦਾ ਉਹਨਾਂ ਦੀ ਨਿੰਦਿਆ ਹੀ ਕਰੀ ਜਾਂਦਾ। ਜੇ ਕਰਮਾਂ 'ਚ ਲਿਖਿਆ ਫਿਰ ਚਰਨਾਂ 'ਚ ਚਲੇ ਜਾਂਦਾ। ਮਨ ਆਨੰਦ ਮੰਤਰ ਗੁਰ ਦੀਆ, ਤ੍ਰਿਸ਼ਨ ਬੁਝੀ ਮਨ ਨਿਹਚਲ ਥੀਆ। ਜਦੋਂ ਗੁਰਾਂ ਨੇ ਮੰਤਰ ਦਿੱਤਾ ਤਾਂ ਕਹਿੰਦੇ ਮਨ ਵਿੱਚ ਆਨੰਦ ਆ ਗਿਆ। ਸਤਿਗੁਰੂ ਜੀ ਆਪਣਾ ਗੁਰਮੰਤਰ ਬਖਸ਼ਿਸ਼ ਕਰਦੇ ਜਦੋਂ, ਤ੍ਰਿਸ਼ਨਾ ਅੰਦਰੋਂ ਬੁਝ ਗਈ ਤੇ ਮਨ ਨਿਹਚਲਾ ਚੱਲ ਹੋ ਗਿਆ ਜੀਵ ਦਾ। ਨਾਮ ਪਦਾਰਥ ਨੌ ਨਿਧ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਨਾਮ ਪਦਾਰਥ ਕਰਕੇ ਹੀ 9 ਨਿਧੀਆਂ ਪ੍ਰਾਪਤ ਹੋ ਗਈਆਂ, 18 ਸਿੱਧੀਆਂ ਮਿਲ ਗਈਆਂ। ਮਹਾਰਾਜ ਕਥਨ ਕਰਦੇ ਨੇ ਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਅਸੀਂ ਉੱਤਮ ਬੁੱਧੀ ਪ੍ਰਾਪਤ ਕਰ ਲਈ ਆ। ਹੁਣ
ਆਸਾ ਮਹੱਲਾ ਪੰਜਵਾ। ਮਿਟੀ ਇਤਿਆਸ ਅਗਿਆਨ ਅੰਧੇਰੇ, ਸਾਧ ਸੇਵਾ ਅਘ ਕੱਟੇ ਕਨੇਰੇ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਅਗਿਆਨ ਰੂਪ ਹਨੇਰੇ ਕਰਕੇ ਜੋ ਪਦਾਰਥਾਂ ਦੀ ਪਿਆਸ ਲੱਗੀ ਹੋਈ ਸੀ ਉਹ ਹੁਣ ਮਿਟ ਗਈ ਹੈ। ਪਹਿਲਾਂ ਮੈਂ ਕਮਲਪੁਣੇ 'ਚ ਬਹੁਤ ਸਮਾਨ ਇਕੱਠਾ ਕੀਤਾ, ਹੌਲੀ ਹੌਲੀ ਜਦ ਅਕਲ ਆਈ ਵੀ ਸਮਾਨ ਕਾਹਦਾ ਇਕੱਠਾ ਕਰਨਾ, ਆ ਸਾਰੀ ਦੁਨੀਆ ਤਾਂ ਤੁਰੀ ਜਾ ਰਹੀ, ਸਭ ਇੱਥੇ ਛੱਡ ਕੇ ਚਲੇ ਗਏ ਨੇ। ਫਿਰ ਨਾਮ ਇਕੱਠਾ ਕੀਤਾ ਵੀ ਜਿਹੜੀ ਚੀਜ਼ ਨਾਲ ਜਾਣੀ ਉਹ ਇਕੱਠੀ ਕਰੀਏ, ਸਮਾਨ ਤਾਂ ਮਿਲ ਹੀ ਜਾਣਾ ਤਾਂ ਪਰਾ ਲੱਭਦਾ ਆਪਣੀ। ਸੰਤਾਂ ਦੀ ਸੇਵਾ ਕਰਨ ਕਰਕੇ ਘਨੇਰੇ ਬਹੁਤੇ ਸਾਰੇ ਪਾਪ ਕੱਟੇ ਗਏ। ਮਹਾਂਪੁਰਖਾਂ ਦੇ ਕੋਲ ਬਹਿਣ ਨਾਲ ਹੀ ਸੁਖ ਸਹਿਜ ਆਨੰਦ ਘਨਾ, ਸਹਿਜ ਹੁੰਦਾ ਚੁੱਤ ਸੁਖ ਦਾ, ਘਣਾ ਹੀ ਆਨੰਦ ਪ੍ਰਾਪਤ ਹੋਇਆ। ਗੁਰ ਸੇਵਾ ਤੇ ਭਏ ਮਨ ਨਿਰਮਲ, ਹਰ 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 ਨਾਮ ਸੁਨਾ ਰਹਾਓ। ਗੁਰਾਂ ਦੀ ਸੇਵਾ ਕਰਨ ਕਰਕੇ ਮਨ ਕਰਕੇ ਸ਼ੁੱਧ ਹੋ ਗਏ ਅਤੇ ਹਰੀ ਜੋ ਹਰ ਇੱਕ ਜੀਵਾਂ ਦੇ ਹਰੇ ਕਰਨ ਵਾਲਾ, ਉਸ ਹਰੀ ਦੇ ਨਾਮ ਨੂੰ ਸੁਣਨਾ ਕੀਤਾ। ਸੋ ਇਹ ਪ੍ਰੈਕਟੀਕਲੀ ਕਰਨਾ, ਭਾਂਡੇ ਮਾਂਜਣ ਦੀ ਗੱਲ, ਵੈਕਮ ਕਰਨ ਦੀ ਗੱਲ, ਝਾੜੂ ਦੇਣ ਦੀ ਗੱਲ, ਜੋੜੇ ਝਾੜਨੇ, ਗੁਰੂ ਘਰ ਦੀ ਸੇਵਾ ਕਰਨੀ। ਸੇਵਾ ਕਰਨ ਕਰਕੇ ਹੀ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਬਿਨ ਸਿਓ ਮਨ ਕਾ ਮੂਰਖ ਢੀਠਾ, ਪ੍ਰਭ ਕਾ ਭਾਣਾ ਲਾਗਾ ਮੀਠਾ। ਜਿਸ ਵੇਲੇ ਵਾਹਿਗੁਰੂ ਦਾ ਭਾਣਾ ਮੰਨਣਾ ਮਿੱਠਾ ਲੱਗਿਆ ਤਾਂ ਮੂਰਖ ਮਨ ਦਾ ਜਿਹੜਾ ਢੀਠਾ ਸੀ ਨਾ, ਕਠੋਰਪੁਣਾ, ਅੜਬਪੁਣਾ, ਉਹ ਹਟ ਗਿਆ। ਬਸ ਗੁਰੂ ਸਾਹਿਬ ਦਾ ਭਾਣਾ ਮੰਨਿਆ ਵੀ ਐਵੇਂ ਕਾਹਨੂੰ ਆਪਾਂ ਢੀਠਪੁਣੇ 'ਚ ਆਏ ਹੋਏ ਆ। ਜਦੋਂ ਦਿਆਲ ਦਾਸ ਲੰਗਰ ਤਿਆਰ ਕਰਕੇ 10ਵੇਂ ਪਾਤਸ਼ਾਹ ਲਈ ਲੈ ਗਿਆ, ਕਹਿੰਦਾ ਮਹਾਰਾਜ ਜੀ ਪ੍ਰਸ਼ਾਦਾ ਛਕਾਉਣਾ। ਸਤਿਗੁਰੂ ਜੀ ਕਹਿਣ ਲੱਗੇ ਨਾ। ਕਹਿੰਦੇ ਮਹਾਰਾਜ ਕਿਉਂ? ਕਹਿੰਦੇ ਪਹਿਲਾਂ ਅੰਮ੍ਰਿਤ ਛਕੋ। ਕਹਿੰਦੇ ਮਹਾਰਾਜ ਜੀ ਸਾਡੇ ਵੱਡੇ ਵਡੇਰੇ ਚੌਥੇ ਪਾਤਸ਼ਾਹ ਵੇਲੇ ਦੇ, ਭਾਈ ਆਦਮ ਵੇਲੇ ਦੇ ਹੋਏ ਆ, ਸਾਰੇ ਭਾਈ ਭਗਤੂ ਹੋਣੀ, ਹਾਂ ਸਾਨੂੰ ਵੀ ਅੰਮ੍ਰਿਤ ਛਕਣ ਦੀ ਲੋੜ ਆ, ਅਸੀਂ ਏਡੇ ਵੱਡੇ। ਮਹਾਰਾਜ ਕਹਿੰਦੇ ਨਹੀਂ, ਅੰਮ੍ਰਿਤ ਛਕੇ ਬਿਨਾਂ ਅਸੀਂ ਲੰਗਰ ਨਹੀਂ ਛਕਣਾ ਤੇਰਾ। ਤਾਂ ਉਸ ਵਕਤ ਨਾਲ ਗੱਡਿਆਂ ਤੇ ਲੱਦ ਕੇ ਪਿੱਛੇ ਪਿੱਛੇ ਤੁਰਿਆ ਰਿਹਾ। 7 ਦਿਨ ਤੱਕ ਗੱਡਿਆਂ ਤੇ ਲੰਗਰ ਲੈ ਕੇ ਫਿਰਦਾ, ਬੇਨਤੀ ਕਰੇ। ਉਸ ਵਕਤ ਨਾਲ ਦੇ ਸਿੰਘਾਂ ਨੇ ਸਮਝਾਇਆ, ਭਾਈ ਇਉਂ ਦੱਸ ਤੂੰ ਗੁਰੂ ਆ ਕਿ ਇਹ ਗੁਰੂ ਆ? ਕਹਿੰਦਾ ਜੀ ਸਤਿਗੁਰੂ ਤਾਂ ਇਹੀ ਨੇ। ਕਿ ਤੂੰ ਜਿੱਦ ਕਿਉਂ ਕਰਦਾ ਫਿਰ? ਜਾਂ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਛਕ ਲੈ ਫਿਰ ਲੰਗਰ ਛਕ ਲਾਂਗੇ, ਫਿਰ ਤੂੰ 7 ਵਚਨ ਕਹਿ ਕੇ ਅੰਮ੍ਰਿਤ ਛਕ ਲੈ। ਉਸ ਵਕਤ ਭਾਈ ਦਿਆਲ ਦਾਸ ਨੇ ਅੰਮ੍ਰਿਤ ਛਕਿਆ, ਦਿਆਲ ਸਿੰਘ ਨਾਮ ਰੱਖਿਆ। ਕਹਿੰਦਾ ਮਹਾਰਾਜ 7 ਦਿਨ ਦਾ ਬੇਹਾ ਲੰਗਰ ਆ, ਹੁਣ ਤਾਂ ਖਰਾਬ ਹੋ ਗਿਆ ਇਹ। ਸਤਿਗੁਰੂ ਕਹਿੰਦੇ ਅਰਦਾਸ ਕਰਕੇ ਕਿਰਪਾਨ ਭੇਟਾ ਕਰਦੇ। ਜਾਂ ਅਰਦਾਸ ਕਰਕੇ ਕਿਰਪਾਨ ਭੇਟਾ ਕੀਤੀ, ਸਾਰੇ ਲੰਗਰ 'ਚੋਂ ਭਾਫਾਂ ਆਉਣ ਲੱਗ ਪਈਆਂ, ਐਂ ਲੱਗਿਆ ਜਿਵੇਂ ਹੁਣੇ ਤਾਜ਼ਾ ਤਿਆਰ ਕੀਤਾ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਤੂੰ ਆਪਣਾ ਅੜਬਪੁਣਾ ਛੱਡ ਤਾ। ਤੂੰ ਤਾਂ ਐਂ ਕਹਿਣਾ ਵੀ ਗੁਰੂ ਸਾਹਿਬ ਮੇਰੀ ਗੱਲ ਮੰਨਣ, ਤੇ ਮੈਂ ਗੁਰੂ ਸਾਹਿਬ ਦੀ ਨਾ ਮੰਨਾਂ। ਅੱਜ ਦਾ ਸਿੱਖ ਤਾਂ ਇਉਂ ਕਹਿੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਪੂਰੇ ਕੇ ਚਰਨ ਗਹੇ, ਕੋਟ ਜਨਮ ਕੇ ਪਾਪ ਲਹੇ। ਜਿਸ ਵੇਲੇ ਪੂਰਿਆਂ ਗੁਰਾਂ ਦੇ ਚਰਨ ਫੜੇ ਨਾ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ, ਤਾਂ ਕਰੋੜਾਂ ਹੀ ਜਨਮਾਂ ਦੇ ਪਾਪ ਸਾਡੇ ਮਗਰੋਂ ਲਾਹ ਤੇ ਗੁਰੂ ਸਾਹਿਬ ਨੇ। ਰਤਨ ਜਨਮ ਇਹੋ ਸਫਲ ਭਇਆ, ਕਉ ਨਾਨਕ ਪ੍ਰਭ ਕਰੀ ਮਇਆ। ਮਹਾਰਾਜ ਕਥਨ ਕਰਦੇ ਜਿਸ ਵੇਲੇ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਤਾਂ ਇਹ ਰਤਨ ਵਾਂਗ ਮੋਲਕ ਮਨੁੱਖਾ ਜਨਮ ਮੇਰਾ ਫਿਰ ਸਫਲਾ ਹੋ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ। ਆਸਾ ਮਹੱਲਾ ਪੰਜਵਾ। ਸਤਿਗੁਰ ਆਪਣਾ ਸਦ ਸਦਾ ਸਮਾਰੇ, ਗੁਰ ਕੇ ਚਰਨ ਕੇਸ ਸੰਗ ਝਾਰੇ। ਇਹ ਮਨ ਆਪਣੇ ਸਤਿਗੁਰਾਂ ਨੂੰ ਕਹਿੰਦੇ ਸਦਾ ਸਦਾ ਯਾਦ ਕਰ ਅਤੇ ਗੁਰਾਂ ਦੇ ਚਰਨਾਂ ਨੂੰ ਕੇਸਾਂ ਨਾਲ ਝਾੜਨਾ ਕਰ। ਕੇਸ ਤੋਂ ਭਾਵ ਧਰਮ ਵਿੱਚ ਪਰਪੱਕ ਹੋ ਕੇ ਗੁਰਾਂ ਦੇ ਚਰਨ ਝਾੜਨਾ ਕਰ। ਸੰਸਕਾਰਾਂ ਰੂਪੀ ਕੇਸਾਂ ਨਾਲ ਇਹ ਝਾੜਨਾ ਕਰ ਚਰਨ। ਜਾਗਰੇ ਮਨ ਜਾਗਨ ਹਾਰੇ। ਇਹ ਸੰਸਾਰ ਦੀ ਤਰਫ ਜਾਗਣ ਵਾਲੇ ਮਨ ਤੂੰ ਪਰਮੇਸ਼ਰ ਦੀ ਵਾਲੇ ਪਾਸੇ ਜਾਗ। ਸੋ ਇਹ ਇੱਕ ਸ਼ਰਧਾ ਦਾ ਪ੍ਰਤੀਕ ਦੱਸਿਆ ਕਿ ਮੇਰੇ ਮਨ 'ਚ ਇਉਂ ਸ਼ਰਧਾ ਆਉਂਦੀ ਹੈ, ਕਿਤੇ ਇਹ ਵੀ ਆਇਆ ਕਿ ਕੇਸਾਂ ਦੇ ਨਾਲ ਚੌਰ ਕਰਾਂ, ਕਿਤੇ ਇਹ ਵੀ ਆਇਆ ਕੇਸਾਂ ਨਾਲ ਚਰਨ ਝਾੜਾਂ, ਭਾਵ ਆਪਣੇ ਸਰੀਰ ਨੂੰ ਸਫਲਾ ਕਰਾਂ। ਬਿਨ ਹਰ ਅਵਰ ਨ ਆਪਸ ਕਾਮਾ, ਝੂਠਾ ਮੋਹ ਮਿਥਿਆ ਪਸਾਰੇ ਰਹਾਓ। ਮਹਾਰਾਜ ਕਹਿੰਦੇ ਹਰੀ ਨਾਮ ਤੋਂ ਬਿਨਾਂ ਹੋਰ ਸਾਰੇ ਪਦਾਰਥ ਕਿਸੇ ਕੰਮ ਨਹੀਂ ਆਉਂਦੇ। ਮਿਥਿਆ ਪਸਾਰੇ ਵਿੱਚ ਜਿਹੜਾ ਝੂਠਾ ਮੋਹ ਕਰਨਾ ਹੈ ਝੂਠਾ ਹੀ ਆ। ਭਾਈ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਇਹ ਮਨ ਗੁਰਾਂ ਦੀ ਬਾਣੀ ਨਾਲ ਪ੍ਰੇਮ ਲਾਉਣਾ ਕਰ। ਜੇ ਗੁਰੂ ਕਿਰਪਾਲੂ ਹੋਣ ਤਾਂ ਦੁੱਖ ਬੰਦੇ ਦਾ ਫਿਰ ਜਿਹੜਾ ਇਨਸਾਨ ਦਾ ਦੁੱਖ ਹੈ ਨਾ ਉਹ ਦੂਰ ਹੋ ਜਾਂਦਾ। ਮਹਾਰਾਜ ਬਖਸ਼ਿਸ਼ ਕਰਦੇ ਨੇ। ਗੁਰ ਬਿਨ ਦੂਜਾ ਨਾਹੀ ਥਾਉ,
ਗੁਰਦਾਤਾ ਗੁਰ ਦੇਵੈ ਨਾਉ। ਹੁਣ ਜੀਵ ਵਾਸਤੇ ਗੁਰਾਂ ਤੋਂ ਬਿਨਾ ਹੋਰ ਦੂਜਾ ਕੋਈ ਥਾਂ ਟਿਕਾਣਾ ਨਹੀਂ ਹੈ। ਗੁਰਾਂ ਤੋਂ ਬਿਨਾ ਹੋਰ ਕੋਈ ਆਸਰਾ ਵੀ ਨਹੀਂ ਆਪਾਂ ਨੂੰ। ਗੁਰੂ ਹੀ ਪਦਾਰਥਾਂ ਦੇ ਦਾਤੇ ਨੇ, ਗੁਰੂ ਹੀ ਨਾਮ ਦੀ ਦਾਤ ਦਿੰਦੇ ਨੇ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪਹਿਰ ਨਾਨਕ ਗੁਰ ਜਾਪ। ਗੁਰੂ ਮਹਾਰਾਜ ਆਪ ਹੀ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹੈ, ਵਾਹਿਗੁਰੂ ਨੇ ਹੀ ਰੂਪ ਧਾਰਿਆ ਹੋਇਆ। ਸੋ ਜਿਵੇਂ ਨਿਰਗੁਣ ਨੇ ਸਰਗੁਣ ਰੂਪ ਧਾਰ ਲਿਆ, ਇਸ ਲਈ ਅੱਠੇ ਪਹਿਰ ਧੰਨ ਗੁਰੂ ਜਪਿਆ ਕਰ। ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਸਭ ਆਖੋ ਧੰਨ 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 ਗੁਰ ਸੋਈ। ਆਸਾ ਮਹੱਲਾ ਪੰਜਵਾ। ਆਪੇ ਪੇੜ ਵਿਸਥਾਰੀ ਸਾਖ, ਆਪਣੀ ਖੇਤੀ ਆਪੇ ਰਾਖ। ਉਹ ਪਰਮੇਸ਼ਰ ਆਪ ਹੀ ਤਾਂ ਪੇੜ ਹੁੰਦਾ, ਬ੍ਰਿਛ ਦਾ ਮੁੱਢ, ਮਾਇਆ ਸਬਲ ਰੂਪ ਹੈ। ਆਪ ਹੀ ਬ੍ਰਿਛ ਰੂਪੀ ਸ਼ਾਖਾ ਵਿਸਥਾਰੀ ਫਲਾਈ ਹੋਈ ਹੈ। ਫਿਰ ਆਪਣੀ ਸ੍ਰਿਸ਼ਟੀ ਰੂਪੀ ਖੇਤੀ ਨੂੰ ਆਪ ਹੀ ਰੱਖਦਾ ਹੈ। ਜਤ ਕਤ ਪੇਖਾਂ ਏਕੈ ਉਹੀ, ਘਟ ਘਟ ਅੰਤਰ ਆਪੇ ਸੋਈ ਰਹਾਓ। ਜਿੱਥੇ ਕਿੱਥੇ ਉਹ ਇੱਕ ਨੂੰ ਦੇਖਣਾ ਕਰੋ, ਸਾਰਿਆਂ 'ਚ ਆਪ ਹੀ ਆ, ਸਾਰਿਆਂ ਦਿਲਾਂ ਵਿੱਚ ਉਹ ਆਪ ਹੀ ਪੂਰਨ ਵਿਆਪਕ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਆਪੇ ਸੂਰ ਕਿਰਨ ਵਿਸਥਾਰ, ਸੋਈ ਗੁਪਤ ਸੋਈ ਆਕਾਰ। ਆਪ ਹੀ ਪ੍ਰਤੱਖ ਦੇਖੋ ਸੂਰਜ ਰੂਪ ਹੈ, ਆਪ ਹੀ ਕਿਰਨਾਂ ਦਾ ਵਿਸਥਾਰ ਕਰਨ ਵਾਲਾ ਹੈ। ਸੂਰਜ ਵਿੱਚ ਕਿਹੜੀ ਸ਼ਕਤੀ, ਉਹੀ ਆਪ ਹੀ ਤਾਂ ਬੈਠਾ ਹੈ। ਆਪ ਹੀ ਗੁਰੂ ਰੂਪੀ ਸੂਰਜ ਹੈ ਤੇ ਆਪ ਹੀ ਉਪਦੇਸ਼ ਰੂਪੀ ਕਿਰਨਾਂ ਦਾ ਵਿਸਥਾਰ ਕਰਨ ਵਾਲਾ ਹੈ। ਉਹੀ ਪ੍ਰਮਾਤਮਾ ਗੁਪਤ ਰੂਪ ਵਿੱਚ ਨਿਰਗੁਣ ਰੂਪ ਹੋ ਰਿਹਾ, ਨਜ਼ਰ ਨਹੀਂ ਆਉਂਦਾ। ਉਹੀ ਆਕਾਰ ਹੁੰਦਾ, ਸਰਗੁਣ ਰੂਪ ਧਾਰ ਰਿਹਾ। ਸੋ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਧੰਨ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਵੀ ਆਪ ਹੀ ਆਇਆ ਹੋਇਆ। ਸਰਗੁਣ ਨਿਰਗੁਣ ਥਾਪੈ ਨਾਉ, ਦੋ ਮਿਲ ਏਕੈ ਕੀਨੋ ਠਾਉ। ਸਰਗੁਣ ਤੇ ਨਿਰਗੁਣ ਦੋ ਨਾਂ ਪਰਮੇਸ਼ਰ ਨੇ ਆਪਣੇ ਸਥਾਪਨ ਕੀਤੇ ਨੇ। ਇਹਨਾਂ ਦੋਹਾਂ ਵਿੱਚੋਂ ਕਿਹਦੀ ਉਪਾਸਨਾ ਕਰਨੀ ਚਾਹੀਦੀ? ਮਹਾਰਾਜ ਕਹਿੰਦੇ ਦੋਹਾਂ ਵਿੱਚੋਂ ਚਾਹੇ ਕਿਸੇ ਦੀ ਉਪਾਸਨਾ 'ਚ ਲੱਗ ਜੇ, ਉਹ ਫਿਰ ਇੱਕ ਵਿੱਚ ਆਪਣਾ ਥਾਂ ਕਰਦਾ। ਸਰਗੁਣ ਜੋ ਈਸ਼ਵਰ ਹੈ, ਨਿਰਗੁਣ ਜੋ ਜੀਵ ਹੈ, ਜੀਵ ਇਹਨਾਂ ਨੂੰ ਨਾਮ ਮਾਤਰ ਸਥਾਪਨ ਕਰਕੇ ਇਹਨਾਂ ਦੋਹਾਂ ਨੂੰ ਜਿਹਨੇ ਮਿਲਾਇਆ, ਭਾਵ ਜੀਵ ਤੇ ਈਸ਼ਵਰ ਦੀ ਇਹ ਭੇਦਤਾ ਕੀਤੀ ਹੈ, ਉਹਨੇ ਇੱਕ ਪਰਮਾਤਮਾ 'ਚ ਆਪਣਾ ਥਾਂ ਪ੍ਰਾਪਤ ਕਰ ਲਿਆ। ਕਹੋ ਨਾਨਕ ਗੁਰ ਬ੍ਰਹਮ ਭਉ ਖੋਇਆ, ਆਨੰਦ ਰੂਪ ਸਭ ਨੈਣ ਅਲੋਇਆ। ਮਹਾਰਾਜ ਕਥਨ ਕਰਦੇ, ਜਿਸ ਵੇਲੇ ਪੂਰਨ ਗੁਰਾਂ ਨੇ ਭਰਮ ਤੇ ਡਰ ਦੂਰ ਕੀਤਾ ਤਾਂ ਆਨੰਦ ਰੂਪ ਪਰਮਾਤਮਾ ਨੂੰ ਸਾਰੇ ਪਰਿਪੂਰਨ ਅੱਖਾਂ ਨਾਲ ਅਲੋਇਆ ਹੁੰਦਾ ਅਸੀਂ ਦੇਖ ਲਿਆ। ਆਸਾ ਮਹੱਲਾ ਪੰਜਵਾ। ਉਕਤ ਸਿਆਣਪ ਕਿਛੂ ਨਾ ਜਾਣਾ। ਵਾਹਿਗੁਰੂ ਅੱਗੇ ਬੇਨਤੀ ਕਰੀਏ ਇਸ ਪ੍ਰਕਾਰ, ਹੇ ਵਾਹਿਗੁਰੂ, ਉਕਤ ਬਾਣੀ ਦੀ ਜਿਹੜੀ ਸਿਆਣਪ ਹੈ, ਬੁੱਧੀ ਦੀ ਇਤਿਆਦਿਕ ਮੈਂ ਕੁਝ ਵੀ ਨਹੀਂ ਜਾਣਦਾ। ਕਈ ਲੋਕ ਤਾਂ ਬਹੁਤ ਚਲਾਕ ਹੁੰਦੇ, ਸਿਆਣੇ ਹੁੰਦੇ ਨੇ, ਬੇਨਤੀਆਂ ਵੀ ਕਰ ਲੈਂਦੇ, ਸਾਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ, ਨਾ ਅਰਦਾਸ ਕਰਨੀ ਆਉਂਦੀ ਹੈ। ਅਸੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਮੂਰਖ ਜਿਹੇ ਹਾਂ, ਸਾਡੇ ਤੇ ਕਿਰਪਾ ਕਰ ਦਿਓ ਜੀ। ਜਾਂ ਮਹਾਰਾਜ ਦੇ ਮੂਹਰੇ ਬਿਲਕੁਲ ਬੋਲੋ ਨਾ, ਨਹੀਂ ਬੋਲਿਆ ਜਾਂਦਾ। ਜੇ ਸੱਚੇ ਪਾਤਸ਼ਾਹ ਮੂਹਰੇ ਖੜ੍ਹ ਜੇ ਬੋਲ ਨਹੀਂ ਹੁੰਦਾ। ਆਹ ਗ੍ਰੰਥੀ ਸਿੰਘਾਂ ਨੂੰ ਤਾਂ ਚਲੋ ਮਹਾਰਾਜ ਦੀ ਕਿਰਪਾ, ਕੋਈ ਅਰਦਾਸ ਮਹਾਰਾਜ ਮੂਹਰੇ ਕਿ ਸੰਗਤ 'ਚ ਕਰਨੀ ਪੈ ਜੇ, ਹੁੰਦੀ ਨਹੀਂ ਅਰਦਾਸ। ਜੇ ਸਤਿਗੁਰੂ ਪ੍ਰਤੱਖ ਮੂਹਰੇ ਖੜ੍ਹ ਜਾਣ ਫਿਰ ਬੋਲ ਹੀ ਨਹੀਂ ਹੁੰਦਾ, ਤੇ ਨਿਰੰਕਾਰ ਦੇ ਮੂਹਰੇ ਤਾਂ ਗੱਲ ਹੀ ਨਹੀਂ ਹੁੰਦੀ। ਉੱਥੇ ਨਿਰੰਕਾਰ ਜੀ ਨਾਲ ਤਾਂ ਸਿਰਫ ਸਤਿਗੁਰੂ ਹੀ ਬਚਨ ਕਰ ਸਕਦੇ ਨੇ। ਆਪਾਂ ਤਾਂ ਉੱਥੇ ਧੇਲੇ ਦੀ ਅਕਲ ਨਹੀਂ ਹੈਗੀ ਉਹਨਾਂ ਦੇ ਸਾਹਮਣੇ ਜਾ ਕੇ। ਇਸ ਕਰਕੇ ਆਪਾਂ ਤਾਂ ਚੁੱਪ ਕਰਕੇ ਹੀ ਚੰਗੇ ਆ। ਮਹਾਰਾਜ ਕਹਿੰਦੇ ਆਪਣੀ ਸਿਆਣਪ, ਦਿਮਾਗ, ਬੁੱਧੀ, ਬੋਲੀ ਸਭ ਬੰਦ ਰੱਖੋ, ਇੱਕੋ ਹੀ ਅੱਖਰ ਕਹੀ ਜਾਓ ਜੀ, ਕਿਰਪਾ ਕਰ ਦਿਓ, ਬਸ ਜੀ ਬਖਸ਼ ਲਓ ਜੀ, ਕਿਰਪਾ ਕਰ ਦਿਓ। ਇਹ ਦੋ ਹੀ ਅੱਖਰ ਬੜੇ ਆ ਉੱਥੇ। 388 ਅੰਗ ਤੇ ਕਹਿੰਦੇ, ਦਿਨ ਰੈਣ ਤੇਰਾ ਨਾਮ ਵਖਾਨਾ। ਮਹਾਰਾਜ ਜੀ ਮੈਨੂੰ ਕੋਈ ਅਕਲ ਨਹੀਂ, ਮੈਂ ਤਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਬਸ। ਕਹਿੰਦੇ ਹੋਰ ਨਹੀਂ ਕੋਈ ਅਕਲ ਹੈਗੀ ਮੈਨੂੰ। ਮੈਂ ਨਿਰਗੁਣ ਗੁਣ ਨਾਹੀ ਕੋਏ, ਕਰਨ ਕਰਾਵਨ ਹਾਰ ਪ੍ਰਭ ਸੋਏ ਰਹਾਓ। ਮੈਂ ਜੋ ਨਿਰਗੁਣ ਆ, ਮੇਰੇ ਵਿੱਚ ਕੋਈ ਸ਼ੁਭ ਗੁਣ ਨਹੀਂ। ਇਹ ਵਾਹਿਗੁਰੂ ਤੂੰ ਆਪ ਹੀ ਸਭ ਕਾਰਜਾਂ ਦੇ ਕਰਨੇ ਕਰਾਉਣੇ ਵਾਲਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮੂਰਖ ਮੁਗਧ ਅਗਿਆਨ ਅਵਿਚਾਰੀ, ਨਾਮ ਤੇਰੇ ਕੀ ਆਸ ਮਨ ਧਾਰੀ। ਵਿਹਾਰਕ ਗਿਆਤ ਤੋਂ ਰਹਿਤ ਹੋਣ ਕਰਕੇ ਮੂਰਖ ਹਾਂ ਜੀ, ਤੇ ਸ਼ਾਸਤਰ ਗਿਆਨ ਤੋਂ ਰਹਿਤ ਹੋਣ ਕਰਕੇ ਮੈਂ ਮੁਗਧ ਜੜ ਹਾਂ, ਤੇ ਸਰੂਪ ਗਿਆਨ ਤੋਂ ਰਹਿਤ ਹੋਣ ਕਰਕੇ ਅਗਿਆਨੀ ਹਾਂ, ਤੇ ਸ਼ੁਭ ਵਿਚਾਰ ਤੋਂ ਰਹਿਤ ਹੋਣ ਕਰਕੇ ਅਵਿਚਾਰੀ ਹਾਂ। ਪਰ ਇੱਕ ਤੇਰੇ ਨਾਮ ਦੀ ਆਸ ਮਨ 'ਚ ਧਾਰੀ ਹੋਈ ਆ, ਬਸ ਹੋਰ ਮੇਰੇ ਕੋਲ ਕੁਛ ਨਹੀਂ। ਕਹਿੰਦੇ ਨਾਮ ਹੀ ਜਪੀ ਜਾਓ, ਕਿਉਂਕਿ ਨਾਮ ਬੰਦੇ ਨੂੰ ਸਿਆਣਾ ਬਣਾ ਦਿੰਦਾ, ਨਾਮ ਬੰਦੇ ਦੀ ਬੁੱਧੀ ਬਦਲ ਦਿੰਦਾ, ਨਾਮ ਹੀ ਸਭ ਕੁਝ ਕਰ ਦਿੰਦਾ। ਕੁਛ ਨਾ ਆਉਂਦਾ ਹੋਵੇ ਤਾਂ ਵਾਹਿਗੁਰੂ ਵਾਹਿਗੁਰੂ ਕਰੇ। ਬਾਬਾ ਮੂਰਖ ਹਾਂ, ਨਾਵੇ ਬਲ ਜਾਓ। ਮਹਾਰਾਜ ਕਹਿੰਦੇ ਬਾਬਾ ਮੈਂ ਤਾਂ ਮੂਰਖ ਜਿਹਾ ਬੰਦਾ, ਮੈਨੂੰ ਤਾਂ ਨਹੀਂ ਕੁਛ ਆਉਂਦਾ, ਪਰ ਵਾਹਿਗੁਰੂ ਵਾਹਿਗੁਰੂ ਕਹਿਣਾ ਆਉਂਦਾ। ਕਹਿੰਦੇ ਭਾਈ ਇਹੀ ਤਾਂ ਸਭ ਤੋਂ ਵੱਡਾ।
जप तप संजम कर्म न साधा, नाम प्रभु का मन है आराधा। ना मैं कोई जप करना जानदा, ना कोई तप आउंदा, मैनू कोई साधन नहीं कीता, संजम भी नहीं, कोई कर्म भी नहीं कोई मेरा, मैं ਤਾਂ ਸੀ ਵਾਹਿਗੁਰੂ ਵਾਹਿਗੁਰੂ ਜਾਣਦਾ। ਕਹਿੰਦੇ ਇਹੀ ਸਭ ਤੋਂ ਵੱਡਾ ਹੈ, ਨਾਮ ਜਪੀ ਜਾ। ਕਈ ਬਜ਼ੁਰਗ ਕਹਿਣਗੇ ਅਸੀਂ ਤਾਂ ਜੀ ਬਾਬਾ ਜੀ ਅਨਪੜ੍ਹ ਹਾਂ, ਸਾਨੂੰ ਤਾਂ ਜਪਜੀ ਸਾਹਿਬ ਕੋਈ ਬਾਣੀ ਨਹੀਂ ਪੜ੍ਹਨੀ ਆਉਂਦੀ, ਸਾਨੂੰ ਤਾਂ ਵਾਹਿਗੁਰੂ ਵਾਹਿਗੁਰੂ ਆਉਂਦਾ। ਮੈਂ ਬਾਬਾ ਇਸ ਤੋਂ ਉੱਤੇ ਹੋਰ ਕੋਈ ਚੀਜ਼ ਨਹੀਂ ਹੈਗੀ। ਮੁੜ ਕੇ ਆਪਾਂ ਆਉਣਾ ਤਾਂ ਉੱਥੇ ਹੀ ਹੁੰਦਾ ਸਾਰਿਆਂ ਨੇ। ਬਹੁਤ ਵਧੀਆ ਗੱਲ ਹੈ, ਤੈਨੂੰ ਵਾਹਿਗੁਰੂ ਵਾਹਿਗੁਰੂ ਆਉਂਦਾ, ਇਹਨੂੰ ਹਿਰਦੇ 'ਚ ਵਸਾ ਲੈ, ਇਹੀ ਸਭ ਤੋਂ ਵੱਡੀ ਗੱਲ ਹੈ। ਬੇਨਤੀ ਇਹੀ ਕਰੋ, ਕਿਛੂ ਨਾ ਜਾਣਾ ਮਤ ਮੇਰੀ ਥੋਰੀ, ਬਿਨਵੰਤ ਨਾਨਕ ਓਟ ਪ੍ਰਭ ਤੋਰੀ। ਮੇਰੀ ਤੁੱਛ ਜੀ ਬੁੱਧੀ ਹੈ ਮਹਾਰਾਜ, ਮੈਂ ਆਪ ਜੀ ਦੇ ਕੁਛ ਵੀ ਜਸ ਕਰਨਾ ਨਹੀਂ ਜਾਣਦਾ, ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਕੀ ਬੋਲਣਾ। ਮਹਾਰਾਜ ਕਥਨ ਕਰਦੇ, ਹੇ ਪ੍ਰਭੂ ਮੈਨੂੰ ਕੇਵਲ ਇੱਕ ਆਪ ਦਾ ਹੀ ਓਟ ਆਸਰਾ, ਬਸ ਮੇਰੇ ਉੱਤੇ ਆਪ ਜੀ ਮਿਹਰ ਕਰ ਦਿਓ ਜੀ। ਆਸਾ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਆਸਾ ਰਾਗ 'ਚ ਬਖਸ਼ਿਸ਼ ਕਰਦੇ ਨੇ, ਹਰ ਹਰ ਅੱਖਰ ਦੋਏ ਏ ਮਾਲਾ, ਜਪਤ ਜਪਤ ਪਏ ਦੀਨ ਦਇਆਲਾ। ਵਾਹਿਗੁਰੂ ਵਾਹਿਗੁਰੂ ਨਾਮ ਦੇ ਜਿਹੜੇ ਦੋ ਅੱਖਰ ਹੈ, ਇਹਨਾਂ ਨੂੰ ਜੋ ਮਾਲਾ ਦੀ ਨਿਆਈ ਇੱਕ ਰਸ ਉਚਾਰਦੇ ਨੇ, ਹੱਥ ਵਿੱਚ ਮਾਲਾ ਲੈ ਕੇ ਇਹਨਾਂ ਦੋ ਅੱਖਰਾਂ ਦਾ ਜੋ ਜਾਪ ਕਰਦੇ ਨੇ, ਉਹ ਜਪਦਿਆਂ ਜਪਦਿਆਂ ਦੀਨ ਦਿਆਲ ਪ੍ਰਭੂ ਦਾ ਰੂਪ ਹੋ ਗਏ। ਇੱਕ ਓੰਕਾਰ, ਇਹ ਦੋ ਅੱਖਰ ਜੋ ਦੀਨ ਮਨ ਹੋ ਕੇ ਜਪਦੇ ਨੇ, ਉਹਨਾਂ ਉੱਤੇ ਵਾਹਿਗੁਰੂ ਦਿਆਲੂ ਹੋ ਜਾਂਦੇ ਨੇ। ਕਰੋ ਬੇਨਤੀ ਸਤਿਗੁਰ ਆਪਣੀ ਜੋ ਵੀ ਬੇਨਤੀ ਉਹ ਸਤਿਗੁਰਾਂ ਕੋਲੇ ਕਰਿਆ ਕਰੋ। ਹੇ ਸਤਿਗੁਰੂ ਮੈਂ ਆਪਣੀ ਤਰਫੋਂ ਬੇਨਤੀ ਕਰਦਾ, ਕਰ ਕਿਰਪਾ ਰੱਖੋ ਸਰਨਾਈ, ਮੋਕਉ ਦੇਹੋ ਹਰੇ ਹਰ ਜਪਨੀ ਰਹਾਓ। ਮੈਨੂੰ ਕਿਰਪਾ ਕਰਕੇ ਆਪਣੀ ਸ਼ਰਨ 'ਚ ਰੱਖ ਲਓ ਮਹਾਰਾਜ, ਮੈਨੂੰ ਹਰ ਹਰ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਨੇ ਦਾ ਜਾਪ ਕਰਨੇ ਰੂਪ ਜਪਣੀ ਦੇ ਦਿਓ, ਮਾਲਾ ਦੇ ਦਿਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਹਰ ਮਾਲਾ ਔਰ ਅੰਤਰ ਤਾਰੈ, ਜਨਮ ਮਰਨ ਕਾ ਦੁਖ ਨਿਵਾਰੈ। ਜਿਸ ਵੇਲੇ ਜੀਵ ਆਪਣੇ ਹਿਰਦੇ ਅੰਦਰ ਹਰੀ ਸਿਮਰਨ ਦੀ ਮਾਲਾ ਧਾਰਦਾ ਹੈ, ਉਸ ਵੇਲੇ ਜਨਮ ਮਰਨ ਦਾ ਦੁੱਖ ਨਿਵਰਤ ਕਰ ਲੈਂਦਾ। ਹਿਰਦੈ ਸੰਭਾਲੈ ਮੁਖ ਹਰ ਹਰ ਬੋਲੈ, ਸੋ ਜਨ ਇਹ ਤੁਤ ਕਤਹਿ ਨ ਡੋਲੈ। ਜਿਹੜਾ ਇਨਸਾਨ ਆਪਣੇ ਹਿਰਦੇ 'ਚ ਸੰਭਾਲਦਾ, ਯਾਦ ਕਰਦਾ ਤੇ ਮੂੰਹੋਂ ਵੀ ਵਾਹਿਗੁਰੂ ਵਾਹਿਗੁਰੂ ਬੋਲਦਾ, ਉਹ ਇਨਸਾਨ ਇੱਧਰ ਉੱਧਰ ਭਾਵ ਲੋਕ ਪਰਲੋਚ ਕਦੇ ਡੋਲਦਾ ਨਹੀਂ। ਕਹੋ ਨਾਨਕ ਜੋ ਰਾਚੈ ਨਾਏ, ਹਰ ਮਾਲਾ ਤਾਕੈ ਸੰਗ ਜਾਏ। ਮਹਾਰਾਜ ਕਥਨ ਕਰਦੇ, ਜਿਹੜਾ ਇਨਸਾਨ ਵਾਹਿਗੁਰੂ ਵਾਹਿਗੁਰੂ ਨਾਮ 'ਚ ਰਚਦਾ ਨਾ, ਇਹ ਹਰੀ ਨਾਮ ਮਾਲਾ, ਇਹ ਮਾਲਾ ਪ੍ਰਲੋਕ 'ਚ ਉਹਦੇ ਨਾਲ ਜਾਂਦੇ ਆ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਜੁਗਾਦੀ ਸਗਲ ਭਗਤ, ਤਾ ਕੋ ਸੁਖ ਵਿਸਰਾਮ। ਇਉਂ ਮਹਾਰਾਜ ਨੇ 388 ਅੰਗ ਤੇ 70 ਸ਼ਬਦਾਂ ਤੱਕ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਆਪਣੀ ਕਿਰਪਾ ਕਰਕੇ ਮਹਾਰਾਜ ਨੇ ਕਥਾ ਕਰਾਈ ਹੈ। ਸਤਿਗੁਰੂ ਜੀ ਆਪ ਉਪਦੇਸ਼ ਕਰ ਰਹੇ ਨੇ ਸੰਗਤਾਂ ਨੂੰ ਬਾਣੀ ਦੇ ਰਾਹੀਂ। ਪਾਵਨ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ। ਸਤਿਗੁਰੂ ਰਹਿਮਤਾਂ ਭਰਿਆ ਹੱਥ ਰੱਖਣ, ਨਾਮਦਾਨ ਬਖਸ਼ਣ, ਸਿੱਖੀ ਬਖਸ਼ਣ। ਸਤਿਗੁਰੂ ਰਹਿਮਤਾਂ ਭਰਿਆ ਹੱਥ ਰੱਖ ਕੇ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।